चलो जी ਆਪਾਂ ਸਟਾਰਟ ਕਰਨ ਲੱਗੇ ਆ ਤੁਹਾਡੀ ਸੋਸ਼ਲ ਸਟੱਡੀਜ਼ ਦੀ ਪੈਡਾਗੋਜੀ। ਠੀਕ ਹੈ, ਮਤਲਬ ਕਿ ਸਮਾਜਿਕ ਸਿੱਖਿਆ ਦਾ ਜਿਹੜਾ ਟੀਚਰ ਹੈ ਹਨਾ, ਉਹ ਕਿਹੜੇ ਪੁਆਇੰਟਸ ਨੂੰ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਐਸਐਸਟੀ ਪੜਾਊਗਾ। ਇਸ ਤਰੀਕੇ ਦੇ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲਦੇ ਆ। ਤਾਂ ਇਹ ਸਮਾਜਿਕ ਸਿੱਖਿਆ ਦਾ ਅਨੁਦੇਸ਼ਨ, ਠੀਕ ਹੈ, ਪੈਡਾਗੋਜੀ ਕੀ ਹੈਗਾ, ਅਨੁਦੇਸ਼ਨ ਕਿ ਹਾਊ ਟੀਚਰ ਇੰਸਟਰਕਟ। ਤਾਂ ਸੋਸ਼ਲ ਸਟੱਡੀ ਨੂੰ ਪੜਾਉਂਦਿਆਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖੂਗਾ। ਪਹਿਲਾ ਪੁਆਇੰਟ ਆ ਬੇਟਾ, ਮੈਂ ਜਿੰਨੀ ਤੁਹਾਡੀ ਐਸਐਸਟੀ ਦੀ ਪੈਡਾਗੋਜੀ ਹੈਗੀ ਉਹ ਸੀਡੀਪੀ ਦੇ ਵਿੱਚ ਕਰਾ ਚੁੱਕੀ ਹਾਂ। ਹੁਣ ਜਦੋਂ ਤੁਹਾਨੂੰ ਕੁਐਸਚਨ ਕਰਵਾਉਂਗੀ ਨਾ, ਤੁਹਾਨੂੰ ਆਪੇ ਕਲੀਅਰ ਹੋ ਜਾਊਗਾ ਕਿ ਮੈਮ ਨੇ ਸਾਨੂੰ ਆਲਰੇਡੀ ਕਰਵਾਇਆ ਹੀ ਨਹੀਂ। ਮੈਂ ਤੁਹਾਨੂੰ ਜਿੱਥੇ ਵੀ ਸੀਡੀਪੀ ਕਰਵਾਈ ਆ ਜਾਂ ਰਿਲੇਟਡ ਕੁਛ ਆਇਆ ਤਾਂ ਮੈਂ ਤੁਹਾਨੂੰ ਦੱਸਿਆ ਵੀ ਆ ਕਿ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਐਸਐਸਟੀ ਦੇ ਲਈ, ਪੰਜਾਬੀ ਦੇ ਲਈ, ਇੰਗਲਿਸ਼ ਦੇ ਲਈ, ਤੁਹਾਡੇ ਤਿੰਨਾਂ ਸਬਜੈਕਟਾਂ ਦੇ ਲਈ ਕਾਮਨ ਨੇ। ਠੀਕ ਹੈ, ਤਾਂ ਮੈਂ ਸੀਡੀਪੀ ਦੇ ਥਰੂ ਹੀ ਤੁਹਾਡੀ 70 ਮਾਰਕਸ ਦੀ ਪ੍ਰੈਪਰੇਸ਼ਨ ਕਰਵਾ ਦਿੰਨੀ ਆ, ਕਿਉਂਕਿ ਮੈਂ ਜਦੋਂ ਤੋਂ ਮੈਂ ਮਤਲਬ ਐਜ਼ ਅ ਟੀਚਰ ਬੱਚਿਆਂ ਨੂੰ ਟੀਚ ਕਰਨਾ ਸ਼ੁਰੂ ਕੀਤਾ ਤਾਂ ਪਹਿਲੇ ਸਾਲ ਨੂੰ ਛੱਡ ਕੇ, ਕਿਉਂਕਿ ਪਹਿਲਾ ਸਾਲ ਹਰ ਇੱਕ ਟੀਚਰ ਦਾ ਇੱਕ ਐਕਸਪੀਰੀਅੰਸ ਈਅਰ ਹੁੰਦਾ ਹੈ ਨਾ, ਤਾਂ ਉਸ ਈਅਰ ਨੂੰ ਛੱਡ ਕੇ ਉਸ ਤੋਂ ਬਾਅਦ ਆਪਣੇ ਐਕਸਪੀਰੀਅੰਸ ਦੇ ਬਿਹਾਫ ਦੇ ਉੱਪਰ ਹੀ ਸਾਰਾ ਕੰਟੈਂਟ ਇਸ ਤਰੀਕੇ ਨਾਲ ਬਾਈਂਡ ਅਪ ਕਰਤਾ ਸੀ ਕਿ ਤੁਹਾਡੇ ਸਾਹਮਣੇ ਸੀਡੀਪੀ ਦੇ ਵਿੱਚ ਹੀ ਤੁਹਾਡੀ ਪੀਐਸਟੈਟ ਦਾ 70 ਮਾਰਕਸ ਦੀ ਪ੍ਰੈਪਰੇਸ਼ਨ ਹੋ ਸਕੇ, ਜਾਨੀ ਜਿੱਥੇ ਵੀ ਤੁਹਾਨੂੰ ਪੈਡਾਗੋਜੀ ਆਉਂਦੀ ਉਹ ਸਾਰੀ ਸੀਡੀਪੀ ਦੇ ਰਾਹੀਂ ਪ੍ਰਪੇਅਰ ਕਰ ਸਕੋ। ਠੀਕ ਹੈ, ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਜਿੰਨੇ ਕੁਐਸਚਨ ਡਿਸਕਸ ਕਰੂੰਗੀ, ਜਿੰਨੇ ਤੁਹਾਨੂੰ ਪੇਪਰ ਦੇ ਵਿੱਚ ਆਏ, ਕੋਈ ਵੀ ਕੁਐਸਚਨ ਇਸ ਤਰ੍ਹਾਂ ਦਾ ਨਹੀਂ ਸੀਗਾ ਜਿਹੜਾ ਤੁਸੀਂ ਨਹੀਂ ਕੀਤਾ ਹਨਾ। ਉਹ ਵੱਖਰੀ ਗੱਲ ਆ ਕਿ ਸ਼ਾਇਦ ਤੁਹਾਨੂੰ ਅਟੈਂਪਟ ਨਹੀਂ ਕਰਨੇ ਆਏ, ਤਾਂ ਇਸ ਕਰਕੇ ਮੈਂ ਤੁਹਾਨੂੰ ਉਹਨਾਂ ਨੂੰ ਅਟੈਂਪਟ ਕਿਵੇਂ ਕਰਨਾ ਸੀ ਇਹ ਚੀਜ਼ ਇੱਥੇ ਕਲੀਅਰ ਕਰਵਾਉਣ ਵਾਸਤੇ ਅੱਜ ਤੋਂ ਜਿਹੜੇ ਐਸਐਸਟੀ ਪੈਡਾਗੋਜੀ ਐਮਸੀਕਿਊ, ਠੀਕ ਹੈ, ਸਟਾਰਟ ਕਰਨ ਲੱਗੀ ਆ। ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਦੇਖੋ ਐਸਐਸਟੀ ਨੋਰਮਲ ਅਸੀਂ ਗੱਲ ਕਰੀਏ ਕੀ ਆ ਸਮਾਜਿਕ। ਠੀਕ ਹੈ, ਸਮਾਜਿਕ ਸਿੱਖਿਆ ਕੀ ਸਬਜੈਕਟ ਆ, ਸਮਾਜਿਕ ਸਾਇੰਸ ਕੀ ਚੀਜ਼ ਹੈਗੀ ਆ ਨਾ। ਤਾਂ ਤੁਸੀਂ ਬੇਟਾ ਜਿਹੜੀ ਸਾਡੀ ਸੋਸ਼ਲ ਸਟੱਡੀ ਹੈਗੀ ਆ ਇਹ ਕੀ ਹੈਗੀ ਆ, ਸਟੱਡੀ ਆ ਕਿੰਨਾ ਦੀ, ਲੋਕਾਂ ਦੀ। ਠੀਕ ਹੈ, ਪੀਪਲਸ ਦੀ ਤੇ ਉਹਨਾਂ ਦੇ ਸਰਾਊਂਡਿੰਗ ਦੀ। ਠੀਕ ਹੈ, ਸਾਡਾ ਅਸੀਂ ਆ ਨਾ, ਦੇਖੋ ਮੈਂ ਇੱਕ ਹਿਊਮਨ ਬੀਇੰਗ ਆ, ਤੁਸੀਂ ਇੱਕ ਹਿਊਮਨ ਬੀਇੰਗ ਆ, ਤੁਹਾਡੇ ਆਸੇ-ਪਾਸੇ ਇੱਕ ਇਨਵਾਇਰਨਮੈਂਟ ਆ, ਉਸ ਇਨਵਾਇਰਨਮੈਂਟ ਦੇ ਵਿੱਚ ਕਈ ਹਿਸਟੋਰੀਕਲ ਸਾਡੀਆਂ ਕੋਈ ਪਾਸਟ ਦੀਆਂ ਗੱਲਾਂ ਵੀ ਹੈਗੀਆਂ ਨੇ, ਉਹਦੇ ਚ ਸਾਡੀਆਂ ਇਕਨੋਮਿਕਲ ਨੀਡਸ ਵੀ ਹੈਗੀਆਂ ਨੇ, ਉਹਦੇ ਚ ਸਾਡਾ ਇੱਕ ਸਮਾਜਿਕ ਤੇ ਰਾਜਨੀਤਿਕ ਜੀਵਨ ਵੀ ਹੈਗਾ। ਠੀਕ ਹੈ, ਸਮਾਜਿਕ ਤੇ ਰਾਜਨੀਤਿਕ ਜੀਵਨ ਜਾਨੀ ਕਿ ਤੁਹਾਡੀ ਸਿਵਿਕਸ ਵੀ ਹੈਗੀ ਆ। ਠੀਕ ਹੈ, ਤੇ ਜਿਹੜਾ ਸਾਡਾ ਸਰਾਊਂਡਿੰਗ ਹੈਗਾ ਜਿਹਦੇ ਚ ਅਸੀਂ ਰਹਿ ਰਹੇ ਹੈਗੀਆਂ ਉਹਦੀ ਇੱਕ ਜਿਓਗ੍ਰਾਫੀਕਲ ਕੰਡੀਸ਼ਨ ਵੀ ਹੈਗੀ ਆ ਹਨਾ। ਤੇ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਸਮਾਜਿਕ ਸਿੱਖਿਆ ਹੈਗੀ ਆ ਉਹ ਕੀ ਹੈਗੀ ਆ ਬੇਟਾ ਜੀ, ਸਟੱਡੀ ਆ ਕਿੰਨਾ ਦੀ, ਲੋਕਾਂ ਦੀ ਤੇ ਲੋਕਾਂ ਦੇ ਸਾਡੇ ਆਲੇ ਦੁਆਲੇ ਦੀ। ਠੀਕ ਹੈ, ਸਿੰਪਲ ਸਮਾਜਿਕ ਸਿੱਖਿਆ ਕੀ ਆ, ਇਜ਼ ਅ ਸਟੱਡੀ ਆਫ ਪੀਪਲ, ਲੋਕਾਂ ਦੀ ਦਾ ਅਧਿਐਨ ਆ ਤੇ ਉਹਨਾਂ ਦੇ ਆਲੇ ਦੁਆਲੇ ਦਾ ਅਧਿਐਨ ਆ। ਠੀਕ ਹੈ ਜੀ, ਇੱਕ ਸਿੰਪਲ ਚੀਜ਼ ਆ। ਜੇ ਮੈਂ ਇੱਕ ਹੋਰ ਲਾਈਨ ਤੁਹਾਨੂੰ ਕਲੀਅਰ ਕਰਨੀ ਹੋਵੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਟੱਡੀ ਕਿਹਦੀ ਹੈਗੀ ਆ ਕਿ ਪੀਪਲ ਜਿਹੜੇ ਹੈਗੇ ਨੇ, ਲੋਕ ਨੇ, ਉਹ ਆਪਣੇ ਵਰਲਡ ਜਿਹੜਾ ਸੰਸਾਰ ਹੈਗਾ ਜਿਹਦੇ ਚ ਰਹਿੰਦੇ ਨੇ ਉਹਦੀਆਂ ਇਕਨੋਮਿਕਲ ਕੰਡੀਸ਼ਨਸ ਕਿਵੇਂ ਦੀਆਂ ਨੇ। ਠੀਕ ਹੈ, ਉਹ ਪੋਲੀਟੀਕਲੀ ਕਿੰਨੇ ਇੰਡੀਪੈਂਡੈਂਟ ਨੇ, ਇਹਨਾਂ ਚੀਜ਼ਾਂ ਨੂੰ ਅਸੀਂ ਪੜ੍ਹਦੇ ਹੈਗੇ ਆ ਸਾਡੀ ਸੋਸ਼ਲ ਸਟੱਡੀਜ਼ ਦੇ ਵਿੱਚ। ਜਾਂ ਫਿਰ ਅਸੀਂ ਕੀ ਕਰਦੇ ਹੈਗੇ ਆ ਬੇਟਾ ਜੀ, ਸਾਡੇ ਪਾਸਟ ਦੇ ਬਾਰੇ ਚ ਅਸੀਂ ਆਪਣੀ ਸੋਸ਼ਲ ਸਟੱਡੀਜ਼ ਦੇ ਵਿੱਚ ਪੜ੍ਹਦੇ ਆ। ਤੇ ਪਾਸਟ ਨੂੰ ਇੱਥੇ ਪੜਨ ਦਾ ਜਾਨੀ ਕਿ ਹਿਸਟਰੀ ਨੂੰ ਇੱਥੇ ਪੜਨ ਦਾ ਮੇਨ ਰੀਜ਼ਨ ਕੀ ਹੈਗਾ ਕਿ ਹਿਸਟਰੀ ਤੋਂ ਅਸੀਂ ਸਿੱਖ ਕੇ ਆਪਣੇ ਫਿਊਚਰ ਨੂੰ ਅੱਛਾ ਕਰ ਸਕੀਏ। ਇਸ ਤਰ੍ਹਾਂ ਦੀਆਂ ਸਕਿੱਲਸ ਜਾਂ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਅਸੀਂ ਹਿਸਟਰੀ ਤੋਂ ਲਈਏ ਕਿ ਸਾਡਾ ਜਿਹੜਾ ਫਿਊਚਰ ਹੈਗਾ, ਜਿਹੜੇ ਸਾਡੇ ਕਰੰਟ ਟ੍ਰੈਂਡਸ ਹੈਗੇ ਨੇ ਹਨਾ, ਉਹਨਾਂ ਚ ਅਸੀਂ ਕੋਈ ਸੁਧਾਰ ਕਰ ਸਕੀਏ। ਤਾਂ ਇਹ ਨਾਰਮਲ ਇੱਕ ਇਨਫੋਰਮੇਸ਼ਨ ਸੀ ਜਿਹੜੀ ਰਿਲੇਟਡ ਟੂ ਐਸਐਸਟੀ ਮੈਂ ਤੁਹਾਨੂੰ ਦੇਣੀ ਸੀ। ਹੁਣ ਆਪਾਂ ਸਟਾਰਟ ਕਰਨ ਲੱਗੇ ਆ ਐਮਸੀਕਿਊ। ਇਹਨਾਂ ਐਮਸੀਕਿਊ ਦੇ ਥਰੂ ਮੈਂ ਤੁਹਾਨੂੰ ਇੱਕ ਐਮਸੀਕਿਊ ਦੇ ਹੋਪ ਤੁਹਾਡਾ ਸ਼ਾਇਦ ਅੱਜ ਹੀ ਇੱਕ ਐਮਸੀਕਿਊ ਇੱਥੇ ਡਿਸਕਸ ਹੋਊਗਾ, ਕਿਉਂਕਿ ਇਹਦੇ ਨਾਲ ਮੈਂ ਤੁਹਾਨੂੰ ਸਭ ਕੁਝ ਰਿਵਾਈਜ਼ ਕਰਵਾ ਦੇਣਾ ਹਨਾ ਰਿਲੇਟਡ। ਤਾਂ ਆਪਣੇ ਕੋਲ ਬੇਟਾ ਜੀ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਹੋਇਆ ਸੀ ਉਹਦੇ ਚ ਪਹਿਲਾ ਕੁਐਸਚਨ ਆਇਆ ਸੀ, ਅਰੇਂਜ ਦਾ ਫੋਲੋਇੰਗ ਸਟੈਪ ਇਨ ਸੀਕੁਐਂਸ਼ਲ ਮੈਨਰ। ਠੀਕ ਹੈ, ਮੈਨਰ ਫॉर द यूज ऑफ प्रोजेक्ट मेथड ऑफ टीचिंग इन सोशल साइंस। देखो ਇੱਥੇ ਸੋਸ਼ਲ ਸਾਇੰਸ ਲਿਖਣ ਦੇ ਨਾਲ ਪ੍ਰੋਜੈਕਟ ਮੈਥਡ ਨਹੀਂ ਬਦਲ ਗਿਆ ਹਨਾ। ਪ੍ਰੋਜੈਕਟ ਮੈਥਡ ਮੈਂ ਤੁਹਾਨੂੰ ਕਰਵਾਇਆ ਹੋਇਆ ਕਿਹੜੇ ਚ ਜੀ, ਜਿਹੜਾ ਤੁਹਾਨੂੰ ਟੀਚਿੰਗ ਦਾ ਟੌਪਿਕ ਕਰਾਇਆ ਹੋਇਆ ਹੈ ਨਾ, ਟੀਚਿੰਗ ਐਂਡ ਲਰਨਿੰਗ ਵਾਲਾ ਅਸੀਂ ਇੱਕ ਟੌਪਿਕ ਕੀਤਾ, ਉਹਦੇ ਚ ਮੈਂ ਤੁਹਾਨੂੰ ਸਾਰੇ ਮੈਥਡ ਕਰਵਾਏ ਨੇ। ਅੱਜ ਫਿਰ ਉਹ ਸਾਰੇ ਫਿਰ ਰਿਵਾਈਜ਼ ਵੀ ਕਰਵਾਉਂਗੀ। ਠੀਕ ਹੈ, ਤਾਂ ਬੇਟਾ ਜੀ ਦੇਖੋ ਇੱਥੇ ਇਹਨਾਂ ਨੇ ਪ੍ਰੋਜੈਕਟ ਮੈਥਡ ਦੇ ਬਾਰੇ ਚ ਪੁੱਛਿਆ, ਕਹਿੰਦੇ ਕਿ ਜਿਹੜਾ ਪ੍ਰੋਜੈਕਟ ਮੈਥਡ ਹੈਗਾ ਉਹਨੂੰ ਜੋ ਤੁਸੀਂ ਸੋਸ਼ਲ ਸਟੱਡੀਜ਼ ਦੇ ਵਿੱਚ ਯੂਜ਼ ਕਰਦੇ ਹੋ ਤਾਂ ਕਿਹੜੇ ਸੀਕੁਐਂਸ ਦੇ ਵਿੱਚ ਯੂਜ਼ ਕਰੋਗੇ। ਪ੍ਰੋਜੈਕਟ ਮੈਥਡ ਨੂੰ ਮੈਥਮੈਟਿਕਸ ਦੇ ਵਿੱਚ ਕਿਵੇਂ ਯੂਜ਼ ਕਰੋਗੇ, এনवायरमेंट ਦੇ ਵਿੱਚ ਕਿਵੇਂ ਯੂਜ਼ ਕਰੋਗੇ, ਕਿਸੇ ਵੀ ਤਰੀਕੇ ਕਿਸੇ ਵੀ ਸਬਜੈਕਟ ਦੇ ਵਿੱਚ ਯੂਜ਼ ਕਰੋਗੇ ਤਾਂ ਉਹਦਾ ਤਰੀਕਾ ਸੇਮ ਹੀ ਰਹੂਗਾ। ਠੀਕ ਹੈ, ਤਾਂ ਇੱਥੇ ਕੱਲੀ ਸੋਸ਼ਲ ਸਟੱਡੀ ਆਉਣ ਦੇ ਨਾਲ ਕੁਝ ਬਦਲ ਨਹੀਂ ਗਿਆ। ਹਰ ਇੱਕ ਜਿਹੜਾ ਤੁਹਾਨੂੰ ਕੁਐਸਚਨ ਮਿਲੂਗਾ ਉੱਥੇ ਐਸਐਸਟੀ ਨੂੰ ਜਸਟ ਤੁਹਾਨੂੰ ਉਲਝਾਉਣ ਵਾਸਤੇ ਲਿਖਿਆ ਹੋਊਗਾ, ਕਿਉਂਕਿ ਤੁਹਾਡਾ ਸਬਜੈਕਟ ਹੈ ਜਿਹਦੀ ਉਹਨਾਂ ਨੇ ਪੈਡਾਗੋਜੀ ਜੱਜ ਕਰਨੀ ਆ, ਉਹਨੂੰ ਅਟੈਂਪਟ ਉਹਦੇ ਆਨਸਰ ਤੁਹਾਡੇ ਉਸੇ ਤਰੀਕੇ ਨਾਲ ਹੀ ਬਣਨੇ ਨੇ ਜਿਹੜੇ ਤੁਸੀਂ ਮੇਰੇ ਨਾਲ ਸੀਡੀਪੀ ਦੇ ਵਿੱਚ ਕੀਤੇ ਆ। ਠੀਕ ਹੈ,
ਤਾਂ ਦੇਖੋ ਸਭ ਤੋਂ ਪਹਿਲਾਂ ਬੇਟਾ ਜੀ ਜਿਹੜਾ ਸਾਡੇ ਕੋਲ ਪ੍ਰੋਜੈਕਟ ਮੈਥਡ ਆ ਨਾ ਉਹਦੇ ਬਾਰੇ ਬੇਸਿਕ ਪੁਆਇੰਟ ਤੁਹਾਨੂੰ ਕਲੀਅਰ ਕਰਦਾ। ਪ੍ਰੋਜੈਕਟ ਮੈਥਡ ਕਿਹਦੇ ਉੱਪਰ ਬੇਸਡ ਹੈਗਾ ਬੇਟਾ ਜੀ? ਲਰਨਿੰਗ ਔਨ ਡੂਇੰਗ ਤੇ, ਠੀਕ ਹੈ, ਲਰਨਿੰਗ ਔਨ ਡੂਇੰਗ ਮਤਲਬ ਕਿ ਕਰਕੇ ਸਿੱਖਣ ਦੇ ਉੱਪਰ, ਠੀਕ ਹੈ, ਖੁਦ ਕਰਕੇ ਸਿੱਖਣ ਦੇ ਉੱਪਰ ਬੇਸਡ ਆ, ਪ੍ਰੈਕਟੀਕਲ ਬੇਸਡ ਹੈਗਾ ਸਾਡਾ ਪ੍ਰੋਜੈਕਟ ਮੈਥਡ, ਠੀਕ ਹੈ ਜੀ। ਜਾਨੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਚ ਕਿਹੜੇ ਪੁਆਇੰਟ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਕਿ ਬੱਚੇ ਇਹਦੇ ਚ ਐਕਟਿਵ ਪਾਰਟਿਸਿਪੇਟ ਕਰਨ, ਠੀਕ ਹੈ, ਬੱਚਿਆਂ ਦੀ ਜਿਹੜੀ ਆ ਭਾਗੀਦਾਰੀ ਕਿਵੇਂ ਦੀ ਹੋਵੇ, ਐਕਟਿਵ ਹੋਵੇ, ਠੀਕ ਹੈ, ਉਹ ਕਿਰਿਆਸ਼ੀਲ ਹੋਣੇ ਚਾਹੀਦੇ ਨੇ ਪੰਜਾਬੀ ਦੇ ਵਿੱਚ। ਤੇ ਉਹਨਾਂ ਨੂੰ ਜਿਹੜੇ ਪ੍ਰੋਜੈਕਟ ਹੈਗੇ ਨੇ ਉਹਦੇ ਚ ਇਸ ਤਰ੍ਹਾਂ ਦੀ ਚੀਜ਼ ਦਿੱਤੀ ਜਾਂਦੀ ਹੈ, ਕੋਈ ਇਸ ਤਰ੍ਹਾਂ ਦਾ ਟੌਪਿਕ ਜਾਂ ਇਸ ਤਰ੍ਹਾਂ ਦਾ ਪ੍ਰੋਜੈਕਟ ਦਿੱਤਾ ਜਾਂਦਾ ਜਿਹੜਾ ਕਿ ਉਹਨਾਂ ਦੀ ਰੀਅਲ ਲਾਈਫ ਦੇ ਨਾਲ ਜੁੜਿਆ ਵਾ ਹੋਵੇ, ਠੀਕ ਹੈ, ਯਾਨੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਜਾਂ ਇਸ ਤਰ੍ਹਾਂ ਦੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ ਜਿਹੜੀ ਕਿ ਉਹਨਾਂ ਦੇ ਰੀਅਲ ਵਰਲਡ ਦੇ ਵਿੱਚ, ਰੀਅਲ ਲਾਈਫ ਦੇ ਵਿੱਚ ਐਗਜ਼ਿਸਟ ਕਰਨੀ ਹੋਵੇ, ਠੀਕ ਹੈ। ਤੇ ਇਹਦੇ ਚ ਜਿਹੜੀ ਲਰਨਿੰਗ ਕਰਵਾਉਣ ਦਾ ਮੇਨ ਪਰਪਸ ਇਹ ਹੁੰਦਾ ਕਿ ਆਪਣੇ ਰੀਅਲ ਲਾਈਫ ਦੇ ਵਿੱਚੋਂ ਚੀਜ਼ਾਂ ਨੂੰ ਚੱਕ ਕੇ ਉਹਨਾਂ ਨੂੰ ਜਿਹੜਾ ਹੈਗਾ ਪ੍ਰੈਕਟੀਕਲ ਬੇਸ ਦੇ ਉੱਪਰ, ਐਕਸਪੀਰੀਅੰਸ ਬੇਸ ਦੇ ਉੱਪਰ ਉਸ ਚੀਜ਼ ਨੂੰ ਹੱਲ ਕਰਨ, ਉਹਨੂੰ ਸਿੱਖਣ, ਠੀਕ ਹੈ ਜੀ। ਤਾਂ ਬੇਟਾ ਜੀ ਹੋਰ ਜਿਹੜੇ ਪੁਆਇੰਟ ਤੁਸੀਂ ਇਹਦੇ ਨਾਲ ਰਿਲੇਟਡ ਧਿਆਨ ਦੇ ਵਿੱਚ ਰੱਖਣੇ ਹੈਗੇ ਆ, ਜਿਹੜਾ ਇਹ ਮੈਥਡ ਸੀਗਾ, ਜਿਹੜਾ ਸਾਡੇ ਕੋਲ ਪ੍ਰੋਜੈਕਟ ਮੈਥਡ ਹੈਗਾ, ਇਹਦੇ ਚ ਬੱਚੇ ਨੂੰ ਕੰਸਟਰਕਟਿਵਿਸਟ, ਜਿੱਥੇ ਵੀ ਕੰਸਟਰਕਟਿਵਿਜ਼ਮ ਆ ਗਿਆ ਮਤਲਬ ਕਿ ਉੱਥੇ ਪਿਆਜੀ ਆ ਜਾਊਗਾ, ਹਨਾ, ਬਰੂਨਰ ਆ ਜਾਊਗਾ। ਤਾਂ ਇਹਨਾਂ ਨੇ ਕਿਹੜੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਸੀਗਾ ਕਿ ਬੱਚਾ ਐਕਟਿਵ ਆ, ਹਨਾ, ਤਾਂ ਕੰਸਟਰਕਟਿਵਿਸਟ ਅਪਰੋਚ ਦੇ ਉੱਪਰ ਜ਼ੋਰ ਦਿੰਦਾ ਹੈਗਾ ਸਾਡਾ ਜਿਹੜਾ ਜੀ ਪ੍ਰੋਜੈਕਟ ਮੈਥਡ, ਠੀਕ ਹੈ ਜੀ। ਇਹਦੇ ਚ ਬੇਟਾ ਜੀ ਜੇ ਤੁਹਾਨੂੰ ਇਹ ਪੁੱਛ ਲੈਣ ਕਿ ਮੈਥਡ ਦਿੱਤਾ ਕਿਹਨੇ ਸੀਗਾ, ਠੀਕ ਹੈ, ਤੁਹਾਨੂੰ ਦੋ ਨਾਮ ਉੱਥੇ ਸਾਹਮਣੇ ਆ ਸਕਦੇ, ਇੱਕ ਤਾਂ ਜੌਨ ਡੈਵੀ, ਜਾਂ ਤਾਂ ਉੱਥੇ ਜੌਨ ਡੈਵੀ ਆਪਸ਼ਨ ਦੇ ਵਿੱਚ ਹੋਊਗਾ, ਜੇ ਜੌਨ ਡੈਵੀ ਨਾ ਹੋਇਆ ਤਾਂ ਫਿਰ ਉੱਥੇ ਕਿਲਪੈਟਰਿਕ ਹੋਊਗਾ। ਹੁਣ ਇਹ ਚੀਜ਼ ਵੀ ਮੈਂ ਤੁਹਾਨੂੰ ਕਲੀਅਰ ਕਰਦਾ, ਕਾਫੀ ਜਗ੍ਹਾ ਦੇ ਉੱਪਰ ਦਿੱਤਾ ਹੁੰਦਾ ਕਿਲਪੈਟਰਿਕ, ਜੋ ਤੁਸੀਂ ਸਰਚ ਕਰਦੇ ਹੋ, ਕਾਫੀ ਜਗ੍ਹਾ ਦੇ ਉੱਪਰ ਦਿੱਤਾ ਹੁੰਦਾ ਜੌਨ ਡੈਵੀ। ਇਨੀਸ਼ੀਅਲੀ ਬੇਟਾ ਜੀ ਜੌਨ ਡੈਵੀ ਨੇ ਪ੍ਰੋਜੈਕਟ ਮੈਥਡ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਰੱਖਤੀਆਂ ਸੀ, ਕਿਉਂਕਿ ਜੌਨ ਡੈਵੀ ਪ੍ਰੈਗਮੈਟਿਜ਼ਮ ਸਕੂਲ ਦੇ ਨਾਲ ਸੰਬੰਧਿਤ ਨੇ, ਜਿਵੇਂ ਮੈਂ ਤੁਹਾਨੂੰ ਕਰਵਾਇਆ ਹੋਇਆ ਹਨਾ ਲਾਸਟ ਜਿਹੜੇ ਸੀਡੀਪੀ ਦੇ ਸੈਸ਼ਨ ਹੋਏ ਨੇ ਉਹਦੇ ਚ ਵੀ ਮੈਂ ਤੁਹਾਨੂੰ ਕਲੀਅਰ ਕਰਵਾਇਆ ਸੀਗਾ ਕਿ ਜੌਨ ਡੈਵੀ ਨੇ ਜਿਹੜਾ ਸੀਗਾ ਪ੍ਰੈਗਮੈਟਿਜ਼ਮ ਦੇ ਉੱਪਰ ਜ਼ੋਰ ਦਿੱਤਾ, ਲਰਨਿੰਗ ਬਾਈ ਡੂਇੰਗ ਦੇ ਉੱਪਰ ਜ਼ੋਰ ਦਿੱਤਾ, ਤੇ ਸਾਡਾ ਪ੍ਰੋਜੈਕਟ ਮੈਥਡ ਇਸੇ ਚੀਜ਼ ਦੇ ਉੱਪਰ ਆਧਾਰਿਤ ਆ। ਲੇਟਰ ਔਨ ਬੇਟਾ ਜੀ ਜਿਹੜਾ ਕਿਲਪੈਟਰਿਕ ਹੈਗਾ, ਕਿਲਪੈਟਰਿਕ ਜਿਹੜਾ ਸੀ ਡਿਸਾਈਪਲ ਸੀਗਾ ਜੌਨ ਡੈਵੀ ਦਾ, ਠੀਕ ਹੈ, ਜੌਨ ਡੈਵੀ ਦਾ ਹੀ ਚੇਲਾ ਸੀ, ਇਸ ਕਰਕੇ ਕਿਲਪੈਟਰਿਕ ਨੇ ਲੇਟਰ ਔਨ ਇੱਕ ਬੁੱਕ ਲਿਖੀ, ਉਹਦਾ ਨਾਮ ਸੀਗਾ ਦਾ ਪ੍ਰੋਜੈਕਟ ਮੈਥਡ, ਠੀਕ ਹੈ, ਪ੍ਰੋਜੈਕਟ ਮੈਥਡ। ਤਾਂ ਇਸ ਕਰਕੇ ਅਸੀਂ ਇਹ ਆਖ, ਕਿਉਂਕਿ ਕਿਸੇ ਨੇ ਸਿੱਧੇ ਤਰੀਕੇ ਨਾਲ ਜੇ ਪ੍ਰੋਜੈਕਟ ਮੈਥਡ ਨੂੰ ਪੇਸ਼ ਕੀਤਾ ਤਾਂ ਉਹ ਕੌਣ ਸੀਗਾ ਜੀ? ਕਿਲਪੈਟਰਿਕ। ਤੇ ਇਸ ਕਰਕੇ ਜੇ ਤੁਹਾਡੇ ਤੋਂ ਇਹ ਪੁੱਛਿਆ ਜਾਵੇ ਕਿ ਪ੍ਰੋਜੈਕਟ ਮੈਥਡ ਕਿਹਨੇ ਦਿੱਤਾ ਹੈਗਾ ਤਾਂ ਤੁਸੀਂ ਆਖੋਗੇ ਜੀ ਕਿਲਪੈਟਰਿਕ ਨੇ, ਠੀਕ ਹੈ। ਅਗਰ ਆਪਸ਼ਨ ਦੇ ਵਿੱਚ ਕਿਲਪੈਟਰਿਕ ਨਹੀਂ ਹੁੰਦਾ ਤੇ ਆਪਸ਼ਨ ਦੇ ਵਿੱਚ ਹੋਇਆ ਜੌਨ ਡੈਵੀ, ਤਾਂ ਫਿਰ ਤੁਹਾਡਾ ਆਨਸਰ ਹੋ ਜਾਊਗਾ ਜੀ ਜੌਨ ਡੈਵੀ, ਠੀਕ ਹੈ। ਤੇ ਦੋਨੋਂ ਨਾਮ ਪ੍ਰੋਜੈਕਟ ਮੈਥਡ ਦੇ ਨਾਲ ਸੰਬੰਧਿਤ ਨੇ। ਉਸ ਤੋਂ ਬਾਅਦ ਬੇਟਾ ਜੀ ਜਿਹੜੀ ਚੀਜ਼ ਤੁਸੀਂ ਪੇਪਰ ਦੇ ਵਿੱਚ ਤੁਹਾਡੇ ਤੋਂ ਪੁੱਛੀ ਗਈ ਉਹ ਸੀਗਾ ਸਾਡੇ 4 ਸਟੈਪਸ, ਠੀਕ ਹੈ, ਕਿਹੜੇ ਸੀਕੁਐਂਸ ਦੇ ਵਿੱਚ ਤੁਸੀਂ ਪ੍ਰੋਜੈਕਟ ਮੈਥਡ ਨੂੰ ਇੰਪਲੀਮੈਂਟ ਕਰਦੇ ਹੋ। ਤਾਂ ਸਭ ਤੋਂ ਪਹਿਲਾ ਪੁਆਇੰਟ ਆ ਜਾਊਗਾ ਬੇਟਾ ਜੀ ਤੁਸੀਂ ਕੀ ਕਰਦੇ ਹੋ ਜੀ? ਪ੍ਰੋਵਾਈਡ ਕਰਦੇ ਹੋ ਸਿਚੁਏਸ਼ਨ, ਠੀਕ ਹੈ। ਸਭ ਤੋਂ ਪਹਿਲਾਂ ਕੀ ਆ, ਪ੍ਰੋਜੈਕਟ ਨੂੰ ਲੈ ਕੇ, ਪ੍ਰੋਜੈਕਟ ਤੁਸੀਂ ਅਸੀਂ ਰੀਅਲ ਲਾਈਫ ਦੇ ਵਿੱਚੋਂ ਲੈਣੀ ਆ, ਹਨਾ, ਕੋਈ ਵੀ ਐਕਟੀਵਿਟੀ ਅਸੀਂ ਰੀਅਲ ਲਾਈਫ ਦੇ ਵਿੱਚੋਂ ਲੈਣੀ ਆ, ਤਾਂ ਫਿਰ ਅਸੀਂ ਕੀ ਕਰਾਂਗੇ ਜੀ? ਪ੍ਰੋਵਾਈਡ ਕਰਾਂਗੇ ਇੱਕ ਸਿਚੁਏਸ਼ਨ, ਠੀਕ ਹੈ ਜੀ। ਟੀਚਰ ਖੁਦ ਜਿਹੜੀ ਹੈਗੀ ਇੱਕ ਸਿਚੁਏਸ਼ਨ ਬੱਚੇ ਨੂੰ ਪ੍ਰੋਵਾਈਡ ਕਰਵਾ ਸਕਦਾ, ਹਨਾ, ਥਰੂ ਡਿਸਕਸ਼ਨ, ਕੁਐਸਚਨਿੰਗ ਜਾਂ ਕਿਸੇ ਵੀ ਲਾਇਬ੍ਰੇਰੀ ਦੇ ਰਾਹੀਂ, ਲਾਇਬ੍ਰੇਰੀ ਵਰਕ ਦੇ ਰਾਹੀਂ ਜਾਂ ਫੀਲਡ ਵਰਕ ਦੇ ਰਾਹੀਂ, ਜਿਵੇਂ ਵੀ ਟੀਚਰ ਚਾਹੁੰਦਾ ਸੋਸ਼ਲ ਸਟੱਡੀ ਦਾ, ਤਾਂ ਉਹ ਬੱਚੇ ਨੂੰ ਸਿਚੁਏਸ਼ਨ ਪ੍ਰੋਵਾਈਡ ਕਰਵਾ ਸਕਦਾ। ਉਸ ਤੋਂ ਬਾਅਦ ਬੇਟਾ ਜੀ ਬੱਚਾ ਕੀ ਕਰੂਗਾ? ਉਹ ਜਿਹੜੀਆਂ ਸਿਚੁਏਸ਼ਨ ਟੀਚਰ ਉਹਨੂੰ ਦਊਗਾ ਉਹਦੇ ਵਿੱਚੋਂ ਚੂਜ਼ ਕਰੂਗਾ, ਹਨਾ, ਜਾਂ ਜਿਹੜੇ ਪ੍ਰੋਜੈਕਟ ਦੇ ਪ੍ਰਪੋਜ਼ਿੰਗ ਹੈਗੇ ਨੇ, ਪ੍ਰਸਤਾਵ ਹੈਗੇ ਨੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੂਗਾ। ਸਿੰਪਲ ਇੱਥੇ ਪ੍ਰੋਜੈਕਟ ਨੂੰ ਕੀ ਕਰ ਲੂਗਾ ਜੀ? ਉਹ ਚੂਜ਼ ਕਰ ਲੂਗਾ। ਤੀਜੇ ਨੰਬਰ ਤੇ ਬੇਟਾ ਜੀ ਕੀ ਕਰੂਗਾ? ਪ੍ਰੋਜੈਕਟ ਨੂੰ ਲੈ ਕੇ ਕੀ ਕਰੂਗਾ ਜੀ? ਪਲੈਨਿੰਗ, ਯੋਜਨਾ ਬਣਾਊਗਾ ਕਿ ਮੈਨੂੰ ਜਿਹੜਾ ਇਹ ਟੌਪਿਕ ਮੈਂ ਚੂਜ਼ ਕੀਤਾ ਹੈਗਾ, ਹਨਾ, ਉਹਨੂੰ ਉਹਦੇ ਉੱਪਰ ਮੈਂ ਵਰਕ ਕਿਵੇਂ ਕਰਨਾ ਹੈਗਾ, ਠੀਕ ਹੈ। ਵਰਕ ਕਰਨ ਦੇ ਉੱਪਰ ਤੋਂ ਬਾਅਦ ਬੇਟਾ ਜੀ ਫਿਰ ਉਹ ਕੀ ਕਰੂਗਾ? ਆਪਣਾ ਜਿਹੜਾ ਪ੍ਰੋਜੈਕਟ ਹੈਗਾ ਉਹਨੂੰ ਐਗਜ਼ੀਕਿਊਟ ਕਰੂਗਾ, ਯਾਨੀ ਇੰਪਲੀਮੈਂਟ ਕਰੂਗਾ, ਉਸ ਪ੍ਰੋਜੈਕਟ ਨੂੰ ਲਾਗੂ ਕਰੂਗਾ, ਠੀਕ ਹੈ। ਲਾਗੂ ਕਰਨ ਤੋਂ ਬਾਅਦ ਬੇਟਾ ਜੀ ਲਾਸਟ ਜਿਹੜਾ ਹੈਗਾ ਸੈਕਿੰਡ ਲਾਸਟ ਉਹ ਕੀ ਕਰੂਗਾ ਜੀ? ਮੁਲਾਂਕਣ ਕਰੂਗਾ, ਯਾਨੀ ਕਿ ਟੀਚਰ ਜਾਂ ਖੁਦ ਜਿਹੜਾ ਬੱਚਾ ਹੈਗਾ ਨਾ, ਕੋਈ ਸਿਚੁਏਸ਼ਨ ਹੋ ਸਕਦੀ ਆ, ਤਾਂ ਟੀਚਰ ਜਾਂ ਬੱਚਾ ਜਿਹੜਾ ਹੈਗਾ ਆਪਣੇ ਪ੍ਰੋਜੈਕਟ ਦਾ ਮੁਲਾਂਕਣ ਕਰੂਗਾ ਤੇ ਫਿਰ ਲਾਸਟ ਦੇ ਵਿੱਚ ਬੇਟਾ ਜੀ ਜਿਹੜਾ ਵੀ ਬੱਚੇ ਨੇ ਪ੍ਰੋਜੈਕਟ ਬਣਾਇਆ ਹੈਗਾ ਉਸ ਪ੍ਰੋਜੈਕਟ ਦੀ ਰਿਕਾਰਡਿੰਗ ਕੀਤੀ ਜਾਊਗੀ, ਯਾਨੀ ਰਿਕਾਰਡ ਦੇ ਤੌਰ ਤੇ ਸੰਭਾਲ ਕੇ ਰੱਖਿਆ ਜਾਊਗਾ, ਹੁੰਦਾ ਨਾ। ਤਾਂ ਤੁਸੀਂ ਯਾਦ ਕਰੋ ਸਭ ਨੇ ਬੀਐਡ ਕੀਤੀ ਹੋਈ ਹੈ, ਬੀਐਡ ਦੇ ਵਿੱਚ ਸਾਨੂੰ ਵੀ ਪ੍ਰੋਜੈਕਟ ਮਿਲੇ ਜਦੋਂ ਅਸੀਂ ਬੀਐਡ ਕੀਤੀ ਹੈ ਨਾ ਆਪਾਂ ਨੂੰ, ਤੇ ਉਹ ਅਸੀਂ ਸਾਡੇ ਸਾਹਮਣੇ ਉਹ ਅਲੱਗ-ਅਲੱਗ ਚੀਜ਼ਾਂ ਰੱਖਦੀਆਂ ਕਿ ਤੁਸੀਂ ਇਹ ਚ ਇੱਕ ਪ੍ਰੋਜੈਕਟ ਚੂਜ਼ ਕਰ ਲਓ। ਅਸੀਂ ਉਹ ਪ੍ਰੋਜੈਕਟ ਚੂਜ਼ ਕੀਤਾ, ਉਹਦੇ ਉੱਪਰ ਪਲੈਨਿੰਗ ਕੀਤੀ, ਲਾਸਟ ਵਿੱਚ ਉਹਦੀ ਇਵੈਲੂਏਸ਼ਨ ਹੋਈ, ਤੇ ਅੱਜ ਵੀ ਜਿਹੜੇ ਹੈਗੇ ਨੇ ਉਹ
ਕਾਲਜ ਦੇ ਜਿਹੜੇ ਸਟੋਰਸ ਹੈਗੇ ਨੇ ਉੱਤੇ ਤੁਹਾਡੇ ਪ੍ਰੋਜੈਕਟ ਸਾਂਭੇ ਪਏ ਆ, ਠੀਕ ਹੈ। ਤਾਂ ਕੀ ਹੈ ਕਿ ਉਹਨਾਂ ਦੀ ਲਾਸਟ ਵਿੱਚ ਉਹਨਾਂ ਦੀ ਰਿਕਾਰਡਿੰਗ ਹੁੰਦੀ ਹੈ, ਠੀਕ ਹੈ। ਤੇ ਇਸ ਹਿਸਾਬ ਨਾਲ ਤੁਸੀਂ ਦੇਖੋ ਸਾਡੇ ਕੋਲ ਆਨਸਰ ਕੀ ਬਣ ਗਿਆ, ਫਰਸਟ, ਹਨਾ, ਇਹੀ ਬਣਿਆ ਨਾ। ਠੀਕ ਹੈ ਜੀ। 5 4 3 2, ਹਨਾ, ਦੇਖ ਲਓ, ਬਸ ਆਨਸਰ ਬਣ ਗਿਆ ਤੁਹਾਡਾ ਇਹ। ਕਲੀਅਰ ਜੀ। ਤਾਂ ਹੋਪ ਤੁਹਾਨੂੰ ਇਹ ਸਮਝ ਚ ਆ ਗਿਆ ਹੋਊਗਾ। ਤਾਂ ਜਿਹੜੀ ਐਕਟਿਵ ਨੌਲੇਜ ਦੇ ਉੱਪਰ, ਪ੍ਰੈਕਟੀਕਲ ਨੌਲੇਜ ਦੇ ਉੱਪਰ ਬੇਸਡ ਹੈਗਾ ਸਾਡਾ ਪ੍ਰੋਜੈਕਟ ਮੈਥਡ, ਤੇ ਇਹਦੇ ਵਿੱਚ ਕਿਹੜੀ ਚੀਜ਼ ਨੂੰ ਯੂਜ਼ ਕੀਤਾ ਜਾਂਦਾ ਹੈਗਾ ਜੀ, ਇਸ ਸਟੈਪਸ ਨੂੰ। ਠੀਕ ਹੈ ਜੀ। ਹੋਪ ਕਲੀਅਰ ਹੋਊਗਾ ਸਭ ਨੂੰ ਪ੍ਰੋਜੈਕਟ ਮੈਥਡ। ਵੈਸੇ ਮੈਂ ਕਰਵਾਇਆ ਹੋਇਆ ਹੈ ਤੁਹਾਨੂੰ ਅੱਛੀ ਤਰ੍ਹਾਂ, ਹਨਾ। ਬਾਕੀ ਵੀ ਜਿਹੜੇ ਰਿਲੇਟਡ ਮੈਥਡ ਹੈਗੇ ਮੈਂ ਇੱਥੇ ਇੱਕ ਵਾਰੀ ਕਲੀਅਰ ਕਰਵਾ ਦਿੰਨੀ ਆ ਤੁਹਾਨੂੰ, ਠੀਕ ਹੈ। ਕੁਝ ਮੈਥਡਸ ਜਿਹੜੇ ਹੈਗੇ ਨੇ ਮੈਂ ਇੱਥੇ ਰਾਈਟ ਡਾਊਨ ਕਰ ਦੇ, ਇੱਕ ਇੱਕ ਕਰਕੇ। ਜਿੰਨੇ ਅੱਜ ਦੇ ਸੈਸ਼ਨ ਚ ਹੋਏ ਉਹਨੇ ਕਰਵਾ ਦੂੰਗੀ, ਜਿੰਨੇ ਫਰਦਰ ਹੋਣਗੇ ਆਪਾਂ ਬਾਅਦ ਚੋਂ ਅੱਗੇ ਡਿਸਕਸ ਕਰ ਲਾਂਗੇ, ਠੀਕ ਹੈ ਜੀ। ਦੇਖੋ ਬੇਟਾ ਜੀ, ਸੌਰੀ, ਮੈਥਡ, ਹਨਾ, ਟੀचिंग ਮੈਥड्स, टीचिंग लर्निंग मैथड्स, ਇਹ ਸਾਰੇ ਐਸਐਸਟੀ ਦੇ ਵਿੱਚ ਯੂਜ਼ ਹੋਣ ਵਾਲੇ ਨੇ। ਜਿਹੜਾ ਕੋਈ ਅਲੱਗ ਹੋਇਆ ਉਹ ਮੈਂ ਤੁਹਾਨੂੰ ਕਲੀਅਰ ਕਰਵਾ ਦੂੰਗੀ, ਠੀਕ ਹੈ। ਤਾਂ ਪਹਿਲਾਂ ਆਪਾਂ ਟੀਚਿੰਗ ਲਰਨਿੰਗ ਮੈਥਡ ਜਿਹੜੇ ਸੋਸ਼ਲ ਸਟੱਡੀਜ਼ ਦੇ ਵਿੱਚ ਪਾਰਟਿਕੂਲਰ ਨੇ ਉਹਨਾਂ ਬਾਰੇ ਚ ਡਿਸਕਸ ਕਰਾਂਗੇ। ਤਾਂ ਪਹਿਲਾ ਮੈਥਡ ਬੇਟਾ ਜੀ ਤੇ ਮੈਂ ਡਿਸਕਸ ਕਰ ਰਹੀ ਹਾਂ ਲੈਕਚਰ ਮੈਥਡ, ਠੀਕ ਹੈ, ਲੈਕਚਰ ਮੈਥਡ। ਤਾਂ ਲੈਕਚਰ ਮੈਥਡ ਪਹਿਲਾਂ ਤਾਂ ਬੇਟਾ ਜੀ ਹਾਇਰ ਕਲਾਸਿਸ ਦੇ ਲਈ ਹੁੰਦਾ, ਵੱਡੀਆਂ ਕਲਾਸਿਸ ਦੇ ਲਈ ਹੁੰਦਾ ਹੈ। ਛੋਟੀਆਂ ਕਲਾਸਿਸ ਦੇ ਤੇ ਯੂਜ਼ ਨਹੀਂ ਕੀਤਾ ਜਾ ਸਕਦਾ ਨਾ। ਲਾਈਕ ਜਿਹੜਾ ਸੀਨੀਅਰ ਸੈਕੰਡਰੀ ਲੈਵਲ ਹੈਗਾ ਉੱਥੋਂ ਸਾਡੇ ਕੋਲ ਲੈਕਚਰ ਮੈਥਡ ਸਾਹਮਣੇ ਆਊਗਾ। ਇਹ ਲੈਕਚਰ ਮੈਥਡ ਦੀਆਂ ਜੇ ਅਸੀਂ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ, ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ, ਤਾਂ 3 ਪੁਆਇੰਟ ਅਸੀਂ ਮੇਨ ਡਿਸਕਸ ਕਰ ਸਕਦੇ ਹਾਂ। ਪਹਿਲਾਂ ਤਾਂ ਬੇਟਾ ਜੀ ਜਿਹੜਾ ਲੈਕਚਰ ਮੈਥਡ ਹੈਗਾ ਨਾ, ਇਹਦਾ ਮਤਲਬ ਹੁੰਦਾ ਸਿਰਫ ਫੈਕਟ ਪ੍ਰੋਵਾਈਡ ਕਰਨੇ, ਠੀਕ ਹੈ। ਫੈਕਚੁਅਲ ਇਨਫੋਰਮੇਸ਼ਨ ਜਿਹੜੀ ਹੈਗੀ ਆ, ਫੈਕਚੁਅਲ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ, ਜਾਨੀ ਕਿ ਤੱਥ ਦੇਣੇ ਜਿਹੜੇ ਹੈਗੇ ਨੇ ਲੈਕਚਰ ਮੈਥਡ ਦਾ ਮੇਨ ਪਰਪਸ ਹੁੰਦਾ। ਦੂਜਾ ਬੇਟਾ ਜੀ, ਕੋਈ ਵੀ ਜਿਹੜੀਆਂ ਐਬਰੀਵੇਸ਼ਨ ਹੋ ਗਈਆਂ ਜਾਂ ਕੋਈ ਵੀ ਸਪੈਸੀਫਿਕ ਥੀਮ ਹੋ ਗਿਆ, ਹਨਾ, ਕੋਈ ਵੀ ਸਪੈਸੀਫਿਕ ਥੀਮ ਆ ਮੰਨ ਲਓ, ਤੇ ਉਸ ਥੀਮ ਦੇ ਨਾਲ ਰਿਲੇਟਡ ਜਿੰਨੀਆਂ ਵੀ ਬੇਟਾ ਜੀ ਕੋਈ ਵੀ ਰੈਪੀਟੀਸ਼ਨ ਆ ਜਾਂ ਐਬਰੀਵੇਸ਼ਨ ਆ, ਹਨਾ, ਐਬਰੀਵੇਸ਼ਨ ਜਿਹੜੀਆਂ ਛੋਟੀਆਂ ਫਾਰਮਸ ਲਿਖੀਆਂ ਹੁੰਦੀਆਂ ਨੇ, ਹਨਾ, ਮੈਂ ਤੁਹਾਨੂੰ ਕਰਵਾਇਆ ਹੋਇਆ ਇੰਗਲਿਸ਼ ਦੇ ਵਿੱਚ ਕਿ ਐਬਰੀਵੇਸ਼ਨਸ ਕੀ ਹੁੰਦੀਆਂ ਨੇ। ਤਾਂ ਸ਼ਾਰਟ ਫਾਰਮਸ ਨੇ ਜਿਹੜੀਆਂ, ਹਨਾ, ਜਾਂ ਕੋਈ ਵੀ ਜਿਹੜੀ ਸਟੈਟਿਕ ਇਨਫੋਰਮੇਸ਼ਨ ਹੈਗੀ ਆ, ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹਾਇਰ ਕਲਾਸਿਸ ਨੂੰ ਚਾਹੀਦੀ ਆ, ਠੀਕ ਹੈ, ਹਾਇਰ ਕਲਾਸਿਸ ਦੇ ਲਈ ਜ਼ਰੂਰੀ ਆ, ਕਿਉਂਕਿ ਆਲਰੇਡੀ ਬੱਚੇ ਸਮਝ ਚੁੱਕੇ ਆ, ਉਹਨਾਂ ਨੂੰ ਬੇਸਿਕ ਕਨਸੈਪਟ ਕਲੀਅਰ ਨੇ। ਤਾਂ ਉਹਨਾਂ ਨੂੰ ਲੈਕਚਰ ਦੇ ਰਾਹੀਂ ਤੁਸੀਂ ਜਿਹੜੀ ਫਰਦਰ ਇਨਫੋਰਮੇਸ਼ਨ ਆ ਉਹ ਦੇ ਸਕਦੇ ਹੋ। ਤਾਂ ਸਪੈਸੀਫਿਕ ਜਿਹੜੇ ਥੀਮਸ ਨੇ ਉਹਨਾਂ ਦੇ ਨਾਲ ਰਿਲੇਟਡ ਐਬਰੀਵੇਸ਼ਨਸ ਜਾਂ ਰੈਪੀਟੀਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਲੈਕਚਰ ਮੈਥਡ ਦੇ ਰਾਹੀਂ ਬੱਚਿਆਂ ਨੂੰ ਪ੍ਰੋਵਾਈਡ ਕਰਾ ਸਕਦੇ ਆ। ਤੇ ਲਾਸਟ ਜਿਹੜਾ ਇੰਪੋਰਟੈਂਟ ਆ ਬੇਟਾ ਜੀ, ਕੋਈ ਵੀ ਥਿਓਰੈਟੀਕਲ ਇਨਫੋਰਮੇਸ਼ਨ ਜਿਹੜੀ ਤੁਸੀਂ ਡੈਮੋਨਸਟ੍ਰੇਟ ਨਹੀਂ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਨਾ ਜਿਹੜੀਆਂ ਨੂੰ ਤੁਸੀਂ ਪ੍ਰਦਰਸ਼ਨ ਕਰਕੇ ਨਹੀਂ ਸਮਝਾ ਸਕਦੇ, ਜਿਨ੍ਹਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ, ਤਾਂ ਉਹਨਾਂ ਨੂੰ ਸਿਰਫ ਤੁਸੀਂ ਬੋਲ ਕੇ ਸਮਝਾ ਸਕਦੇ ਹੋ। ਤਾਂ ਫਿਰ ਟੀਚਰ ਉਹਨਾਂ ਨੂੰ ਬੋਲ ਕੇ ਡੈਮੋਨਸਟ੍ਰੇਟ ਨਹੀਂ, ਜਿਹੜੀਆਂ ਚੀਜ਼ਾਂ ਹੋ ਸਕਦੀਆਂ ਉਹਨਾਂ ਨੂੰ ਬੋਲ ਕੇ ਜਾਂ ਐਕਸਪਲੇਨ ਕਰਕੇ, ਠੀਕ ਹੈ, ਉਹ ਕੋਈ ਵੀ ਥਿਊਰੀ, ਉਹ ਕੋਈ ਵੀ ਸਿਧਾਂਤ, ਠੀਕ ਹੈ, ਉਹ ਕੋਈ ਵੀ ਜਿਹੜੀ ਥਿਓਰੈਟੀਕਲ ਨੌਲੇਜ ਹੈਗੀ ਆ, ਸਿਧਾਂਤਕ ਜਾਣਕਾਰੀ ਹੈਗੀ ਆ, ਜਿਹਨੂੰ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ, ਡੈਮੋਨਸਟ੍ਰੇਟ ਨਹੀਂ ਕੀਤਾ ਜਾ ਸਕਦਾ, ਉਹਨੂੰ ਫਿਰ ਟੀਚਰ ਲੈਕਚਰ ਮੈਥਡ ਦੇ ਰਾਹੀਂ ਐਕਸਪਲੇਨ ਕਰਦਾ, ਠੀਕ ਹੈ ਜੀ। ਜਿਹੜਾ ਲੈਕਚਰ ਮੈਥਡ ਹੈਗਾ ਬੇਟਾ ਜੀ, ਇਹ ਕਿਹੜੇ ਸਟੈਪਸ ਦੇ ਵਿੱਚੋਂ ਲੰਘੂਗਾ, ਕਿਉਂਕਿ ਤੇ ਸਟੈਪਸ ਦੀ ਗੱਲ ਆ, ਤਾਂ ਜਿਹੜੇ ਮੇਨ ਜਿਹੜੇ ਤੁਹਾਡੇ ਲੈਵਲ ਤੇ ਇੰਪੋਰਟੈਂਟ ਮੈਥਡ ਨੇ ਉਹਨਾਂ ਦੇ ਸਟੈਪਸ ਮੈਂ ਇੱਥੇ ਐਕਸਪਲੇਨ ਕਰ ਦੂੰਗੀ। ਤਾਂ ਬੇਟਾ ਜੀ ਜਿਹੜਾ ਇਹ ਸਾਡੇ ਕੋਲ ਲੈਕਚਰ ਮੈਥਡ ਹੈ, ਲੈਕਚਰ ਮੈਥਡ ਦੇ ਵਿੱਚ ਪਹਿਲਾ ਸਟੈਪ ਹੁੰਦਾ ਪ੍ਰੈਪਰੇਸ਼ਨ ਦਾ। ਪਹਿਲਾਂ ਤਾਂ ਮੰਨ ਲਓ ਮੈਂ ਟੀਚਰ ਆ, ਤਾਂ ਮੈਂ ਟੀਚਰ ਨੇ ਪੜਾਉਣ ਤੋਂ ਪਹਿਲਾਂ ਤੁਹਾਨੂੰ ਜੋ ਲੈਕਚਰ ਦੇਣਾ ਉਹਨੂੰ ਮੈਂ ਪਹਿਲਾਂ ਪ੍ਰਪੇਅਰ ਕਰੂੰ, ਠੀਕ ਹੈ। ਦੂਜਾ ਬੇਟਾ ਜੀ, ਤੁਹਾਨੂੰ ਫਿਰ ਉਸ ਚੀਜ਼ ਦੀ ਇੰਟਰੋਡਕਸ਼ਨ ਦਊ, ਜਿਵੇਂ ਮੈਂ ਅੱਜ ਦਿੱਤੀ ਐਸਐਸਟੀ ਦੀ ਤੁਹਾਨੂੰ ਬੇਸਿਕ ਇਨਫੋਰਮੇਸ਼ਨ, ਠੀਕ ਹੈ। ਉਸ ਤੋਂ ਬਾਅਦ ਮੈਂ ਫਿਰ ਜਿਹੜਾ ਸਾਡੇ ਕੋਲ ਟੌਪਿਕ ਹੈਗਾ ਉਹਦੀ ਪੂਰੀ ਬੋਡੀ ਤੁਹਾਨੂੰ ਕਲੀਅਰ ਕਰੂੰਗੀ, ਤੇ ਫਿਰ ਲਾਸਟ ਦੇ ਵਿੱਚ ਅਸੀਂ ਉਹਦੀ ਕੀ ਕਰਦੇ ਹਾਂ ਜੀ, ਕਲੋਜ਼ਿੰਗ, ਠੀਕ ਹੈ, ਬੰਦ ਕਰਦੇ ਹਾਂ। ਕਲੀਅਰ? ਜਾਨੀ ਜਿਹੜਾ ਇੱਕ ਲੈਕਚਰ ਆ, ਪਹਿਲਾਂ ਮੈਂ ਲੈਕਚਰ ਟੀਚਰ ਪ੍ਰਪੇਅਰ ਕਰੂਗਾ, ਫਿਰ ਉਹਨੂੰ ਕਲਾਸ ਦੇ ਵਿੱਚ ਇੰਟਰੋਡਿਊਸ ਕਰੂਗਾ, ਫਿਰ ਉਹਦੀ ਪੂਰੀ ਬੋਡੀ ਕਰਵਾ ਕੇ ਅੰਤ ਦੇ ਵਿੱਚ ਉਹਨੂੰ ਕਲੋਜ਼ ਕਰ ਦੂਗਾ, ਜਾਨੀ ਕਿ ਉਸ ਟੌਪਿਕ ਦਾ ਇੱਕ ਕਨਕਲੂਜਨ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਰੱਖ ਦੂਗਾ, ਠੀਕ ਹੈ ਜੀ। ਕਲੀਅਰ? ਤਾਂ ਸਿੰਪਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਲੈਕਚਰ ਮੈਥਡ ਹੈਗਾ, ਇਹ ਬੇਸਿਕਲੀ ਉਹ ਵਾਲਾ ਮੈਥਡ ਆ ਜਿਹਦੇ ਵਿੱਚ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਲਰਨ ਕਰਦੇ ਆ, ਬਟ ਕਾਹਦੇ ਰਾਹੀਂ ਕਰਦੇ ਆ? ਥਰੂ ਲਿਸਨਿੰਗ, ਠੀਕ ਹੈ, ਸਿਰਫ ਲਿਸਨਿੰਗ ਦੇ ਰਾਹੀਂ ਜਾਂ ਫਿਰ ਮੈਮੋਰਾਈਜੇਸ਼ਨ ਦੇ ਰਾਹੀਂ, ਯਾਦ ਕਰਕੇ, ਠੀਕ ਹੈ, ਮੈਮੋਰਾਈਜੇਸ਼ਨ ਦੇ ਰਾਹੀਂ, यानी कि याद करके अपनी याददाश्त के राही ਜਾਂ ਫਿਰ ਲਿਸਨਿੰਗ ਦੇ ਰਾਹੀਂ ਲਰਨ ਕਰਦੇ ਆ। ਤੇ ਇਹਦੇ ਚ ਲਰਨਿੰਗ
ਬਾਈ ਡੂਇੰਗ ਨਹੀਂ ਹੈਗਾ ਹਨਾ, ਜੇ ਆਪਾਂ ਕਹੀਏ ਕੋਈ ਪ੍ਰੈਕਟੀਕਲ ਇਨਫੋਰਮੇਸ਼ਨ ਨਹੀਂ ਹੈਗੀ, ਇਹ ਵੱਡੀਆਂ ਕਲਾਸਿਸ ਦੇ ਰਾਹੀਂ ਸੁਣ ਕੇ ਯਾਦ ਕਰਨ ਦੀ ਸਿਚੁਏਸ਼ਨ ਹੁੰਦੀ ਹੈ ਲੈਕਚਰ ਮੈਥਡ। ਠੀਕ ਹੈ, ਜਿਹੜਾ ਸੋਸ਼ਲ ਸਟੱਡੀਜ਼ ਦੇ ਵਿੱਚ ਹਰ ਕਲਾਸਿਸ ਦੇ ਵਿੱਚ ਵੱਡੇ ਲੈਵਲ ਦੇ ਉੱਪਰ ਯੂਜ਼ ਕੀਤਾ ਜਾਂਦਾ। ਠੀਕ ਹੈ ਜੀ। ਸੈਕਿੰਡ ਮੈਥਡ ਬੇਟਾ ਜੀ डिस्कशन मैथड। डिस्कशन मैथड ਜਿਹੜਾ डिस्कशन मैथड ਹੈਗਾ ਬੇਟਾ ਜੀ, ਇਹਨੂੰ ਨਾ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ, ਸੋਕਰੈਟਿਕ ਮੈਥਡ ਵੀ ਆਖਦੇ ਆ। ਜਿਹੜੇ ਮੈਥਡਸ ਦੇ ਮੈਂ ਫਾਊਂਡਰ ਦੱਸੇ ਤੁਸੀਂ ਉਹਨਾਂ ਦੇ ਹੀ ਕਰਨੇ ਆ, ਸਾਰਿਆਂ ਦੇ ਜਿਹੜੇ ਫਾਊਂਡਰ ਨਾ ਪੁੱਛੇ ਜਾਂਦੇ ਆ, ਨਾ ਹੀ ਮੈਂਸ਼ਨ ਕੀਤੇ ਜਾਂਦੇ ਆ। ਠੀਕ ਹੈ, ਤਾਂ ਜਿਹੜੇ ਇੰਪੋਰਟੈਂਟ ਮੈਥਡ ਆ ਜੋ ਉਹਦੇ ਨਾਲ ਰਿਲੇਟਡ ਕੋਈ ਇੰਪੋਰਟੈਂਟ ਪਰਸਨ ਹੋਇਆ ਉਹਦਾ ਨਾਮ ਮੈਂ ਤੁਹਾਨੂੰ ਇੱਥੇ ਦੱਸ ਰਹੀ ਹਾਂ। डिस्कशन मैथड, ਤਾਂ डिस्कशन मैथड जी सोक्रेटिक मैथड भी कहते हैं क्योंकि सुकरात का नाम तुसी सुनिया है ना, काफी बच्चों ने सुनिया होगा सुकरात का नाम। तो ग्रीक फिलोसफर सीगे, इन्हां ने सोक्रेट्स ने जिहड़ा मैथड सीगा डिस्कशन मैथड दिता सी। ते इहदे विच बेटा जी जे असीं स्कूल दे विच गल करदे हां जां एजुकेशन फील्ड दे विच गल करदे हां ते इस डिस्कशन हुंदी आ किन्हां दे बिटवीन हुंदी आ, टीचर ते स्टूडेंट दे बिटवीन। टीचर ते स्टूडेंट दे बिटवीन जिहड़ी हैगी इह डिस्कशन हुंदी आ, पर पॉइंट इहदे च तीन हुंदे ने, तीन चीजां हुंदियां ने इहदे च। एक तां टीचर होऊगा, ठीक है जी, जिहड़ा लीडर होऊगा, ठीक है। दैन बेटा जी स्टूडेंट होणगे, स्टूडेंट दे विच जिहड़े हैगे ने ग्रुप होणगे, ते ग्रुप किहड़े होणगे बेटा जी, स्मॉल ग्रुप। जिह च डिस्कशन चल रही हैगी ਉਹ ग्रुप बहुत छोटा होऊगा, यानी बहुत ज्यादा वड्डा ग्रुप ਦੇ ਵਿੱਚ ਤਾਂ डिस्कशन नहीं होगी ना, रौला रप्पा ही होगा। तो इस करके छोटे ਜਿਹੇ ग्रुप ਨੂੰ टीचर ਜਿਹਨੂੰ लीड कर रहा होगा ਉਹ ਚ डिस्कशन ਚੱਲ ਰਹੀ होगी। ਤੇ ਤੀਜਾ ਕੋਈ ਵੀ ਜਿਹੜਾ ਹੈਗਾ ਉਹ ਕੰਟੈਂਟ ਹੋਊਗਾ, है ना, यानी कि इस मैथड के अकॉर्डिंग ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਟੀਚਿੰਗ ਲਰਨਿੰਗ ਮੈਥਡ ਹੈਗਾ, ਇਸ ਮੈਥਡ ਦੇ ਅਕੋਰਡਿੰਗ ਉਹ ਕੀ ਹੈ ਜੀ, ਟੀਚਿੰਗ ਲਰਨਿੰਗ ਪ੍ਰੋਸੈਸ ਟ੍ਰਾਈਪੋਲਰ ਆ। ਟੀਚਰ ਵੀ ਆ, ਸਟੂडेंट ਵੀ ਆ, ਕੰਟੈਂਟ ਵੀ ਆ। ਕੰਟੈਂਟ ਕੀ ਹੋ ਸਕਦਾ, ਕੋਈ ਵੀ ਟੌਪਿਕ ਹੋ ਸਕਦਾ, ਕੋਈ ਵੀ ਮੈਪ ਹੋ ਸਕਦਾ, ਕੋਈ ਵੀ ਡਾਇਗਰਾਮ ਹੋ ਸਕਦੀ ਆ, है ना, कोई भी चार्ट हो सकता ਜਿਹਦੇ ਉੱਪਰ ਬੱਚੇ डिस्कस कर रहे हैं। ठीक है जी। then बेटा जी ਜਿਹੜਾ ਇਹ ਮੈਥਡ ਹੈਗਾ ਇਹਦੇ ਚ ਇੱਕ ਚੀਜ਼ ਹੋਰ ਮੈਂ ਇੱਥੇ ਕਲੀਅਰ ਕਰ ਦਿੰਨੀ ਆ, ਡਿਸਕਸ਼ਨ ਵਰਡ ਜਿਹੜਾ ਆਇਆ ਕਿੱਥੋਂ ਹੈਗਾ, ਲੈਟਨ ਰੂਟਸ ਤੋਂ ਆਇਆ। ਲੈਟਨ ਰੂਟਸ ਜਾਨੀ ਕਿ ਇਹਦੀ ਉਤਪਤੀ ਕਿੱਥੋਂ ਹੋਈ ਆ, ਲਾਤੀਨੀ ਭਾਸ਼ਾ ਤੋਂ ਹੋਈ ਆ, ਤੇ ਜਿਹਦਾ ਮਤਲਬ ਕੀ ਹੁੰਦਾ ਜੀ, ਸ਼ੇਕ ਕਰਨਾ ਜਾਂ ਸਟ੍ਰਾਈਕ ਕਰਨਾ। ਠੀਕ ਹੈ, ਸ਼ੇਕ ਕਰਨਾ यानी कि कोई हिलाना है ना, जो तुम डिस्कस करोगे बहुत सारे नवे पॉइंट सामने आउणगे, वो एक हिलजुल होगी। ठीक है, तो डिस्कशन मैथड इस तरह का मैथड आ जी। ठीक है जी, इस मैथड के राही बेसिकली बच्चे एक्सपीरियंस गेन करते हैं। ठीक है, नवा एक अनुभव गेन करते हैं, नवे आइडियाज उन्हां दे विच उत्पत हुंदे आ। ठीक है, ते एक नवा एटीट्यूड जिहड़ा हैगा उन्हां दे विच बन सकदा। ते इह जिहड़ी चीज हैगी आ इहदी राही बेटा जी बच्चे की शेयर करते हैं, अपने अनुभव शेयर कर सकते, अपनी आइडिया शेयर कर सकते, अपना एक एटीट्यूड यानी कि जिहड़ा एक रवैया हैगा ਉਹਨੂੰ शेयर करते हैं, क्योंकि मैथड की ऊपर बेस्ड हैगा शेयरिंग के ऊपर। शेयरिंग की अपने विचार, आइडिया, अनुभव। ठीक है जी, क्लियर। ठीक है जी। थर्ड मैथड जिहड़ा सोशल स्टडीज दे विच इंपॉर्टेंट हो सकता बेटा जी, वो हैगा जी क्वेश्चनिंग आंसर मैथड। क्वेश्चनिंग आंसर मैथड 10 मिनट रह गए तुहाडे, फटाफट करवाउण लगी हां। ठीक है जी। प्रश्न उत्तर विधि, तो जिहड़ी प्रश्न उत्तर विधि है बेटा जी, ये भी किने दित्ती मन्नी जाती है, सुकरात दे नाल ही इहदा संबंध जोड़िया जांदा, यानी कि भी जिहड़ा मैथड हैगा जी सुकरैटिक मैथड। ठीक है, सुकरैटिक मैथड इहनूं भी आख्या जांदा क्योंकि ये भी किने दित्ता, सुकरात ने सामने रखिया सीगा। इहदे विच बेटा जी की हुंदा, क्वेश्चन जिहड़े हैगे ने सामने रखे जांदे आ। जे इहदे सी स्टैप्स की गल करदे आ तां जिहड़ा क्वेश्चन आंसर मैथड आ किहड़े स्टैप्स दे विचों लंघदा, पहिला तां बेटा जी जिहड़े क्वेश्चन आंसर आ प्रिपेयर करदा टीचर। ठीक है, क्वेश्चन आंसर प्रिपेयर कीते जाणगे। दूजा बेटा जी जिहड़े क्वेश्चन आंसर हैगे प्रेजेंट कीते जाणगे। ठीक है, टीचर क्वेश्चन पहला प्रिपेयर करूगा, फिर वो क्वेश्चन प्रेजेंट करूगा, ते तीजा बेटा जी लिंक अप करके न्यू क्वेश्चन पूछूगा। ठीक है, फिर नवा क्वेश्चन पूछा जाऊगा। ऐ ही हुंदा ना, पहला मैं एक क्वेश्चन पूछा, उस तो बाद तुहाडे तुसीं एक उत्तर दोगे, उहदे विचों ही लिंक करके मैं तुहाडे तो एक होर क्वेश्चन पूछ लैनी आ, तां लिंक करके नवा क्वेश्चन पूछा जांदा। ते तीन जिहड़े स्टैप हैगे ने ये क्वेश्चनिंग आंसर मैथड दे आ। ठीक है जी, प्रिपेयर की करूगा टीचर क्वेश्चन, फिर वो क्वेश्चन प्रेजेंट करूगा, ते फिर नवे जिहड़े क्वेश्चन हैगे ने तुहाडे सामने पेश करूगा लिंक करके। ठीक है, पिछले क्वेश्चन दे नाल ही जिहड़ा नवा क्वेश्चन लिंक करके। क्लियर। देन फोर्थ मैथड है, वैसे सारे करवाए हुए आ बेटा, मैं जस्ट इत्थे तुहानू है ना कि रिपीट करने वास्ते ये करवा रही हूं। डेमोस्ट्रेशन मैथड, डेमोस्ट्रेशन मैथड यानी कि प्रदर्शन विधि बहुत ही इंपॉर्टेंट विधि आ, खास करके छोटियां क्लासेस दे विच ये विधि बहुत ज्यादा इंपॉर्टेंट आ। जिहड़ी बेटा जी डेमोस्ट्रेशन आ वो इंडिविजुअल भी हो सकती है ना,
ਇੰਡੀਵਿਜੂਅਲ ਵੀ ਹੋ ਸਕਦੀ ਹੈ ਤੇ ਬੇਟਾ ਜੀ ਗਰੁੱਪ ਨੂੰ ਵੀ ਦਿੱਤੀ ਜਾ ਸਕਦੀ ਹੈ ਨਾ, ਵਿਅਕਤੀਗਤ ਵੀ ਹੋ ਸਕਦੀ ਹੈ ਤੇ ਗਰੁੱਪ ਦੇ ਵਿੱਚ ਵੀ ਹੋ ਸਕਦੀ ਹੈ। ਜਿਹੜੀ ਬੇਟਾ ਜੀ ਸਾਡੇ ਕੋਲ ਡੈਮੋਸਟ੍ਰੇਸ਼ਨ ਵਿਧੀ ਹੈਗਾ, ਇਹਦੇ ਰਾਹੀਂ ਕੀ ਹੈ ਟੀਚਰ ਇੱਕ ਆਪਣੇ ਆਪ ਨੂੰ ਜਾਂ ਆਪਾਂ ਕਹੀਏ ਕਿਸੇ ਚੀਜ਼ ਨੂੰ ਪਹਿਲਾਂ ਤੁਹਾਨੂੰ ਕਰਕੇ ਦਿਖਾਉਂਦਾ ਹੈ ਨਾ, ਕੋਈ ਵੀ ਚੀਜ਼ ਹੋਵੇ ਲਾਈਕ ਤੁਹਾਨੂੰ ਲੀਡਰ ਬਾਰੇ ਕੋਈ ਟੌਪਿਕ ਪੜਾਉਣਾ ਤਾਂ ਟੀਚਰ ਜਿਹੜਾ ਹੈਗਾ ਪਹਿਲਾਂ ਖੁਦ ਉਸ ਲੀਡਰ ਦੀ ਭੂਮਿਕਾ ਤੁਹਾਡੇ ਸਾਹਮਣੇ ਕਰਕੇ ਦਿਖਾਵੇ ਹੈ ਨਾ, ਤਾਂ ਕਿ ਡੈਮੋਸਟ੍ਰੇਸ਼ਨ ਮੈਥਡ ਹੋ ਗਿਆ। ਠੀਕ ਹੈ, ਜਿਹੜਾ ਬੇਟਾ ਜੀ ਡੈਮੋਸਟ੍ਰੇਸ਼ਨ ਮੈਥਡ ਹੈਗਾ, ਇਹਦੇ ਵਿੱਚ ਟੀਚਰ ਆਪ ਦੀ ਭੂਮਿਕਾ ਕਰਨ ਤੋਂ ਸਿਵਾਏ ਤੁਹਾਡੇ ਸਾਹਮਣੇ ਡੈਮੋਸਟ੍ਰੇਟ ਕੀ ਕਰ ਸਕਦਾ ਹੈਗਾ, ਫਲੈਸ਼ ਕਾਰਡ, ਠੀਕ ਹੈ, ਪੀਪੀਟੀ ਦੇ ਰਾਹੀਂ ਤੁਹਾਨੂੰ ਜਿਹੜੀ ਡੈਮੋਸਟ੍ਰੇਸ਼ਨ ਦਿੱਤੀ ਜਾ ਸਕਦੀ ਹੈ। ਠੀਕ ਹੈ, ਜਾਂ ਆਪਾਂ ਕੀ ਕੋਈ ਡਾਕੂਮੈਂਟਰੀ ਦੇ ਰਾਹੀਂ ਜਾਂ ਕਿਸੇ ਵੀ ਤਰੀਕੇ ਦੇ ਰਾਹੀਂ ਤੁਹਾਡੇ ਸਾਹਮਣੇ ਜਿਹੜਾ ਹੈਗਾ ਉਹ ਚੀਜ਼ ਨੂੰ, ਜਿਹੜਾ ਟੌਪਿਕ ਤੁਹਾਨੂੰ ਪੜਾਉਣਾ ਉਹਨੂੰ ਪ੍ਰਦਰਸ਼ਿਤ ਕਰ ਸਕਦਾ। ਜਿਵੇਂ ਤੁਹਾਨੂੰ ਸਮਾਰਕ ਕਰਾਉਣੇ ਐਸਐਸਟੀ ਦੇ ਵਿੱਚ ਜਾਂ ਤੁਹਾਨੂੰ ਪਾਰਲੀਮੈਂਟ ਕਰਾਉਣਾ ਐਸਐਸਟੀ ਦੇ ਵਿੱਚ, ਹਨਾ, ਤਾਂ ਉਹ ਜਿਹੜਾ ਹੈ ਬੇਟਾ ਜੀ ਉਸ ਚੀਜ਼ ਨੂੰ ਤੁਹਾਨੂੰ ਫਲੈਸ਼ ਕਾਰਡ ਦੇ ਰਾਹੀਂ ਪਾਰਲੀਮੈਂਟ ਦੀ ਫੋਟੋ ਦਿਖਾ ਦੇ, ਕਿਸੇ ਨੇਤਾ ਦੇ ਬਾਰੇ ਚ ਪੜਾਉਣਾ ਤਾਂ ਉਸ ਨੇਤਾ ਦੀ ਫੋਟੋ ਦਿਖਾ ਦੇ, ਹੈ ਨਾ, ਜੋ ਉਹਦੇ ਨਾਲ ਰਿਲੇਟਡ ਕੋਈ ਕਹਾਣੀ ਤੁਹਾਨੂੰ ਦਿਖਾ ਦੇ, ਤਾਂ ਡੈਮੋਸਟ੍ਰੇਸ਼ਨ ਮੈਥਡ ਹੋਊਗਾ। ਡੈਮੋਸਟ੍ਰੇਸ਼ਨ ਮੈਥਡ ਦੇ ਰਾਹੀਂ ਬੱਚਿਆਂ ਦੇ ਵਿੱਚ ਆਬਜ਼ਰਵੇਸ਼ਨ ਦੀ, ਠੀਕ ਹੈ, ਆਬਜ਼ਰਵੇਸ਼ਨ ਯਾਨੀ ਕਿ ਅਵਲੋਕਨ, ਦੇਖਣਾ ਪਰਖਣਾ, ਇਸ ਚੀਜ਼ ਨੂੰ ਸਮਝ ਸਕਦਾ ਬੱਚਾ। ਠੀਕ ਹੈ, ਨਾਲ ਹੀ ਬੇਟਾ ਜੀ ਬੱਚੇ ਦੇ ਵਿੱਚ ਨੋਟ ਮੇਕਿੰਗ ਕਰਨ ਦੀ, ਹੈ ਨਾ, ਖੁਦ ਜਿਹੜੇ ਨੋਟਸ ਹੈਗੇ ਜਾਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਣਾਉਣ ਦੀ ਜਿਹੜੀ ਐਬਿਲਿਟੀ ਹੈਗੀ ਉਹ ਪੈਦਾ ਹੋ ਸਕਦੀ ਹੈ। ਠੀਕ ਹੈ, ਤੇ ਨਾਲ ਹੀ ਨਵੇਂ ਜਿਹੜੇ ਐਕਸਪੈਰੀਮੈਂਟ ਹੈਗੇ ਨੇ ਜਾਂ ਇੱਕ ਨਵਾਂ ਐਕਸਪੀਰੀਅੰਸ ਜਿਹੜਾ ਹੈਗਾ ਨਾ ਹੈਗਾ, ਅਨੁਭਵ ਹੈਗਾ, ਬੱਚੇ ਉਹ ਇਸ ਮੈਥਡ ਦੇ ਰਾਹੀਂ ਲਰਨ ਕਰਦੇ ਆ। ਠੀਕ ਹੈ ਜੀ, ਇਸ ਡੈਮੋਸਟ੍ਰੇਸ਼ਨ ਮੈਥਡ ਦੇ ਸਟੈਪਸ ਕਿਹੜੇ ਹੋਣਗੇ ਬੇਟਾ ਜੀ? ਇਹਦੇ ਵਿੱਚ ਸਭ ਤੋਂ ਪਹਿਲਾਂ ਬੇਟਾ ਜੀ ਜਿਹੜਾ ਟੀਚਰ ਹੈਗਾ ਉਹ ਪਲੈਨਿੰਗ ਕਰੂਗਾ। ਠੀਕ ਹੈ, ਪਲੈਨਿੰਗ ਕਰੂਗਾ ਕਿ ਮੈਂ ਕਿਹੜੀ ਚੀਜ਼ ਨੂੰ ਡੈਮੋਸਟ੍ਰੇਟ ਕਰਨਾ ਹੈਗਾ ਬੱਚਿਆਂ ਦੇ ਸਾਹਮਣੇ, ਪਲੈਨਿੰਗ ਕਰੂਗਾ ਜਾਂ ਆਪਾਂ ਕਹਿ ਸਕਦੇ ਹਾਂ ਪ੍ਰੈਪਰੇਸ਼ਨ ਕਰੂਗਾ। ਠੀਕ ਹੈ, ਪਲੈਨਿੰਗ ਔਰ ਪ੍ਰੈਪਰੇਸ਼ਨ, ਤਿਆਰੀ ਕਰੂਗਾ ਜਿਹੜੀ ਚੀਜ਼ ਵੀ ਤੁਹਾਨੂੰ ਦਿਖਾਉਣੀ ਹੈ, ਡੈਮੋਸਟ੍ਰੇਟ ਕਰਨੀ ਹੈ। ਦੈਨ ਬੇਟਾ ਜੀ ਸੈਕਿੰਡ ਚੀਜ਼, ਫਿਰ ਉਹ ਤੁਹਾਡੇ ਸਾਹਮਣੇ ਜਿਹੜੀ ਵੀ ਚੀਜ਼ ਉਹਨੇ ਡੈਮੋਸਟ੍ਰੇਟ ਕਰਨੀ ਉਹਨੂੰ ਪਰਫਾਰਮ ਕਰੂਗਾ, ਯਾਨੀ ਕਿ ਉਹਦੀ ਪਰਫਾਰਮੈਂਸ ਦਿੱਤੀ ਜਾਊਗੀ, ਪੇਸ਼ਕਾਰੀ ਕੀਤੀ ਜਾਊਗੀ। ਠੀਕ ਹੈ ਜੀ, ਤੇ ਦੈਨ ਲਾਸਟ ਦੇ ਵਿੱਚ ਬੇਟਾ ਜੀ ਮੁਲਾਂਕਣ ਹੋਊਗਾ, ਯਾਨੀ ਕਿ ਇਵੈਲੂਏਸ਼ਨ ਹੋਊਗੀ। ਠੀਕ ਹੈ, ਮੁਲਾਂਕਣ ਯਾਨੀ ਕਿ ਇਵੈਲੂਏਸ਼ਨ ਕਰੂਗਾ ਕਿ ਜੋ ਡੈਮੋਸਟ੍ਰੇਟ ਕੀਤਾ ਮੈਂ ਉਹਨੂੰ ਤੁਸੀਂ ਸਮਝ ਸਕੇ ਜਾਂ ਨਹੀਂ। ਠੀਕ ਹੈ ਜੀ, ਫਿਫਥ ਜੀ ਮੈਥਡ ਸਾਡੇ ਕੋਲ ਹੈਗਾ ਸਿਮੂਲੇਸ਼ਨ ਐਂਡ ਰੋਲ ਪਲੇ। ਨਾਮ ਤੋਂ ਹੀ ਕਲੀਅਰ ਆ, ਕਾਫੀ ਇੰਪੋਰਟੈਂਟ ਮੈਥਡ ਆ। ਠੀਕ ਹੈ, ਸਿਮੂਲੇਸ਼ਨ ਹੁੰਦਾ ਬੇਟਾ ਜੀ ਜਿਵੇਂ ਕੋਈ ਵੀ ਸਿਚੁਏਸ਼ਨ ਤੁਹਾਨੂੰ ਦੇਤੀ ਤੇ ਉਸ ਸਿਚੁਏਸ਼ਨ ਦੇ ਅਕੋਰਡਿੰਗ ਤੁਸੀਂ ਐਕਟ ਕਰਨਾ। ਠੀਕ ਹੈ, ਸਿਮੂਲੇਸ਼ਨ ਨੂੰ ਤੁਸੀਂ ਇਮੀਟੇਸ਼ਨ ਦੇ ਨਾਲ ਰਿਲੇਟ ਕਰ ਸਕਦੇ ਹੋ। ਇਮੀਟੇਟ ਕਰਨਾ ਯਾਨੀ ਕਿ ਨਕਲ ਕਰਨਾ। ਠੀਕ ਹੈ, ਕਿਹਨੂੰ ਜੀ? ਜਿਹੜਾ ਵੀ ਰੀਅਲ ਵਰਡ ਹੈਗਾ, ਸੰਸਾਰ ਹੈਗਾ, ਉਹਦੇ ਚ ਜਾਂ ਜਿਹੜੀ ਚੀਜ਼ ਪਹਿਲਾਂ ਹੋ ਚੁੱਕੀ ਆ ਉਸ ਚੀਜ਼ ਦੇ ਵਰਗੀ ਨਕਲ ਕਰਨਾ। ਠੀਕ ਹੈ, ਯਾਨੀ ਕਿ ਰੋਲ ਪਲੇ ਕਰਨਾ। ਜਿਵੇਂ ਤੁਹਾਨੂੰ ਬੇਟਾ 1857 ਦਾ ਵਿਦਰੋਹ ਪੜਾਉਣਾ ਹੋਵੇ ਤਾਂ ਕਿਸੇ ਨੂੰ ਜਿਹੜਾ ਹੈਗਾ ਜਿਹੜੇ ਸਿਪਾਹੀ ਬਣਾਤਾ, ਕਿਸੇ ਨੂੰ ਕਿਸੇ ਜਗ੍ਹਾ ਦਾ ਲੀਡਰ ਬਣਾਤਾ, ਕਿਸੇ ਨੂੰ ਕਾਨਪੁਰ ਦਾ ਲੀਡਰ ਬਣਾਤਾ, ਹਨਾ, ਕਿਸੇ ਨੂੰ ਝਾਂਸੀ ਦੀ ਰਾਣੀ ਬਣਾਤਾ, ਹਨਾ, ਤਾਂ ਉਹਨੂੰ ਇੱਕ ਮੈਥਡ ਨੂੰ ਹਿਸਟਰੀ ਦੇ ਵਿੱਚ ਖਾਸ ਕਰਕੇ ਹੈ ਨਾ ਤੁਹਾਨੂੰ ਰੋਲ ਪਲੇ ਕਰਕੇ ਅਗਰ ਸਮਝਾਇਆ ਜਾਵੇ ਕਿਸੇ ਜਿਹੜੀ ਪੂਰੀ ਹਿਸਟਰੀ ਨੂੰ ਜਾਂ ਉਸ ਟੌਪਿਕ ਨੂੰ, ਤਾਂ ਉਹ ਕਿਹੜਾ ਮੈਥਡ ਹੋਊਗਾ ਜੀ? ਰੋਲ ਪਲੇ ਮੈਥਡ। ਕਾਫੀ ਇੰਪੋਰਟੈਂਟ ਮੈਥਡ ਹੈ। ਇਹ ਚ ਬੱਚਿਆਂ ਨੂੰ ਸਿਚੁਏਸ਼ਨ ਦਿੱਤੀ ਜਾਂਦੀ ਹੈ, ਕਲਪਨਾ ਕਰਨ ਦੇ ਲਈ ਆਖਿਆ ਜਾਂਦਾ ਤੇ ਕਲਪਨਾ ਕਰਕੇ ਉਸ ਟੌਪਿਕ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਚ ਜਿਹੜੇ ਸਟੈਪਸ ਹੋਣਗੇ ਬੇਟਾ, ਜਿੱਥੋਂ ਕਲਾਸ ਕੱਟੀ ਗਈ ਫਿਰ ਉੱਥੋਂ ਹਨਾ ਅਸੀਂ ਅੱਗੇ ਕੰਟੀਨਿਊ ਕਰ ਲਾਂਗੇ, ਮੈਂ ਇੱਕ ਵਾਰੀ ਕਲਾਸ ਰੋਕਦੀ ਨਹੀਂ ਆ ਇੱਥੇ। ਤਾਂ ਇੱਥੇ ਬੇਟਾ ਜੀ ਸਭ ਤੋਂ ਪਹਿਲਾਂ ਟੀਚਰ ਕੀ ਕਰਦਾ ਹੈਗਾ ਬੇਟਾ ਜੀ? ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਦਾ ਹੈਗਾ ਸਿਚੁਏਸ਼ਨ ਨੂੰ। ਠੀਕ ਹੈ, ਆਇਡੈਂਟੀਫਾਈ ਕਰਦਾ ਸਾਰੀ ਸਿਚੁਏਸ਼ਨ ਨੂੰ, ਯਾਨੀ ਕਿ ਬੱਚਿਆਂ ਦੇ ਸਾਹਮਣੇ ਉਸ ਚੀਜ਼ ਨੂੰ ਪੇਸ਼ ਕਰਦਾ, ਆਇਡੈਂਟੀਫਾਈ ਕਰਦਾ। ਉਸ ਤੋਂ ਬਾਅਦ ਜਿਹੜੀ ਡਿਟੇਲ ਹੈਗੀ ਆ ਨਾ ਐਡ ਕਰਦਾ ਹੈਗਾ ਡਿਟੇਲ। ਪਹਿਲਾਂ ਸਿੰਪਲ ਆਪਾਂ ਕੀ ਇੰਟਰੋਡਿਊਸ ਕਰਦਾ ਕਿ ਇਹ ਸਿਚੁਏਸ਼ਨ ਆ, ਉਸ ਤੋਂ ਬਾਅਦ ਡਿਟੇਲ ਐਡ ਕਰਦਾ ਕਿ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਆ। ਪੂਰਾ ਜਿਹੜਾ ਸੀਨ ਹੈਗਾ ਹਨਾ, ਪੂਰਾ ਜਿਹੜਾ ਸਿਨੈਰੀਓ ਹੈਗਾ, ਕਹਾਣੀ ਹੈਗੀ, ਉਹ ਤੁਹਾਡੇ ਸਾਹਮਣੇ ਡਿਟੇਲ ਦੇ ਵਿੱਚ ਦੱਸੀ ਜਾਂਦੀ ਹੈ। ਉਸ ਤੋਂ ਬਾਅਦ ਰੋਲ ਅਸਾਈਨ ਕੀਤੇ ਜਾਂਦੇ ਆ ਕਿ ਇਸ ਬੰਦੇ ਨੇ ਕਿਹੜਾ ਰੋਲ ਕਰਨਾ ਹੈਗਾ, ਯਾਨੀ ਕਿ ਤੁਹਾਨੂੰ ਰੋਲ ਜਿਹੜੇ ਹੈਗੇ ਉਹ ਸੌਂਪੇ ਜਾਂਦੇ ਆ। ਠੀਕ ਹੈ, ਤੇ ਦੈਨ ਬੇਟਾ ਜੀ ਐਕਟ ਆਊਟ ਕੀਤਾ ਜਾਂਦਾ, ਫਿਰ ਬੱਚੇ ਉਹਦੇ ਉੱਪਰ ਐਕਟ ਕਰਦੇ ਆ, ਜਿਵੇਂ ਦਾ ਬਿਹੇਵੀਅਰ ਜਿਸ ਤਰ੍ਹਾਂ ਦੀ ਤੁਹਾਨੂੰ ਰੋਲ ਦਿੱਤਾ ਗਿਆ ਉਹ ਰੋਲ ਤੁਸੀਂ ਪੜ੍ਹਦੇ ਹੋ, ਕਰਦੇ ਹੋ। ਠੀਕ ਹੈ, ਤੇ ਦੈਨ ਬੇਟਾ ਜੀ ਲਾਸਟ ਦੇ ਵਿੱਚ ਜਿਹੜੀ ਹੈਗੀ ਆ ਡਿਸਕਸ਼ਨ ਕੀਤੀ ਜਾਂਦੀ ਆ। ਡਿਸਕਸ਼ਨ ਕਿਹਦੇ ਉੱਪਰ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਮੈਥਡ ਦੇ ਜਾਂ ਤੁਸੀਂ ਜਿਹੜਾ ਟੌਪਿਕ ਸੀਗਾ ਉਹਨੂੰ ਕਿੰਨਾ ਕੁ ਲਰਨ ਕੀਤਾ ਸੀ। ਡਿਸਕਸ਼ਨ ਕਰਦਾ ਟੀਚਰ, ਇਹ ਦੇਖਦਾ ਕਿ ਤੁਸੀਂ ਜੋ ਮੈਂ ਲਰਨ ਕਰਾਉਣਾ ਸੀ ਉਹਨੂੰ ਲਰਨ ਕੀਤਾ ਜਾਂ ਨਹੀਂ ਕੀਤਾ। ਤਾਂ ਇਹ ਜਿਹੜੇ ਸਟੈਪਸ ਹੈਗੇ ਨੇ ਉਹ ਹੈਗੇ ਨੇ ਸਿਮੂਲੇਸ਼ਨ ਐਂਡ ਰੋਲ ਪਲੇ ਮੈਥਡ ਦੇ।
क्लीयर जी। आइडेंटिफाई करूगा सिचुएशन ਨੂੰ, ਫਿਰ डिटेल ਨੂੰ ਦੱਸੂਗਾ, ਫਿਰ ਰੋਲ ਅਸਾਈਨ ਕਰੂਗਾ, ਫਿਰ ਬੱਚੇ ਐਕਟ ਕਰਨਗੇ ਤੇ ਫਿਰ ਲਾਸਟ ਦੇ ਵਿੱਚ ਵੈਲਿਊਏਸ਼ਨ ਜਾਂ ਡਿਸਕਸ਼ਨ ਕੀਤੀ ਜਾਂਦੀ ਹੈ। ਦੈਨ ਬੇਟਾ ਜੀ ਮੈਥਡ ਹੈਗਾ ਇੱਥੇ ਫੀਲਡ ट्रिप, खास करके जोग्राफी ਦੇ ਵਿੱਚ बहुत ही इंपॉर्टेंट है, जोग्राफी ਦੇ ਲਈ बहुत ही ज्यादा इंपॉर्टेंट ਮੰਨਿਆ ਜਾਂਦਾ फील्ड ट्रिप। ठीक है, कई बार बेटा जी ਇਹਨੂੰ ਐਕਸਕਰਸ਼ਨ ਮੈਥਡ ਵੀ ਆਖ ਦਿੰਦੇ ਆ। ਐਕਸਕਰਸ਼ਨ ਮੈਥਡ ਹਿਸਟਰੀ ਦੇ ਵਿੱਚ ਵੀ ਕਾਫੀ ਇੰਪੋਰਟੈਂਟ ਆ। ਫੀਲਡ ਟ੍ਰਿਪ ਹਿਸਟਰੀ ਦੇ ਲਈ, ਜੀਓਗ੍ਰਾਫੀ ਦੋਨਾਂ ਦੇ ਲਈ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ, ਵੈਸੇ ਸਾਰੀ ਐਸਐਸਟੀ ਦੇ ਲਈ, ਬਸ ਇਹ ਧਿਆਨ ਚ ਰੱਖੋ ਸਾਰੀ ਐਸਐਸਟੀ ਦੇ ਲਈ। ਫੀਲਡ ਟ੍ਰਿਪ ਦਾ ਮਤਲਬ ਕੀ ਹੈਗਾ, ਕਿਤੇ ਜਾ ਕੇ ਉਸ ਜਗ੍ਹਾ ਦੇ ਬਾਰੇ ਸਿੱਖਣਾ। ਜਿਵੇਂ ਮੰਨ ਲਓ ਪਾਰਲੀਮੈਂਟ ਤੁਹਾਨੂੰ ਪੜਾਇਆ ਜਾ ਰਿਹਾ ਤੇ ਟੀਚਰ ਕਵੇ ਚਲੋ ਵੀ ਅੱਜ ਪਾਰਲੀਮੈਂਟ ਚੱਲਦੇ ਆ, ਤੁਸੀਂ ਦਿੱਲੀ ਦੇ ਵਿੱਚ ਰਹਿ ਰਹੇ ਹੋ, ਠੀਕ ਹੈ ਜੀ। ਦੈਨ ਬੇਟਾ ਜੀ ਜਾਂ ਅਸੀਂ ਕਹੀਏ ਕਿ ਅਸੀਂ ਮਾਰਕੀਟ ਟੌਪਿਕ ਹੈਗਾ ਤੁਹਾਨੂੰ ਪੋਲੀਟੀਕਲ ਦੇ ਵਿੱਚ, ਸਿਵਿਕਸ ਦੇ ਵਿੱਚ, ਤਾਂ ਤੁਸੀਂ ਮਾਰਕੀਟ ਛੋਟੀ ਹੁੰਦੀ ਆ ਵੱਡੀ ਹੁੰਦੀ ਆ ਇਸ ਤਰ੍ਹਾਂ ਦੀ ਹੁੰਦੀ ਆ ਹਨਾ, ਡੇ ਮਾਰਕੀਟ ਆ ਜਾਂ ਜਿਹੜੇ ਅੱਜ ਕੱਲ ਮੌਲਸ ਨੇ, ਕੰਪਲੈਕਸ ਨੇ, ਇਹ ਚੀਜ਼ਾਂ ਤੁਹਾਨੂੰ ਦਿਖਾ ਕੇ ਪੜਾਈਆਂ ਜਾਣ, ਉੱਥੇ ਲਿਜਾ ਕੇ ਸਮਝਾਇਆ ਜਾਵੇ ਤੇ ਕੀ ਹੁੰਦਾ ਫੀਲਡ ਟ੍ਰਿਪ। ਫੀਲਡ ਦੇ ਉੱਪਰ ਜਾ ਕੇ ਉਹਦੇ ਬਾਰੇ ਚ ਲਰਨ ਕਰਨਾ ਤੇ ਐਸਐਸਟੀ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਆ। ਠੀਕ ਹੈ, ਇਹਦੇ ਵਿੱਚ ਬੇਟਾ ਜੀ ਦੋ ਤਰ੍ਹਾਂ ਦੇ ਜਿਹੜੇ ਫੀਲਡ ਟ੍ਰਿਪ ਆਰਗੇਨਾਈਜ਼ ਕੀਤੇ ਜਾਂਦੇ ਆ। ਇੱਕ ਤਾਂ ਹੁੰਦਾ ਲੋਕਲ ਹਨਾ, ਲੋਕਲ ਖਾਸ ਕਰਕੇ ਜਿਹੜੇ ਬਹੁਤ ਛੋਟੇ ਬੱਚੇ ਨੇ, ਪ੍ਰਾਇਮਰੀ ਲੈਵਲ ਦੇ ਜਿਹੜੇ ਬੱਚੇ ਹੈਗੇ ਨੇ ਜਾਂ ਅਪਰ ਪ੍ਰਾਇਮਰੀ ਲੈਵਲ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਲਈ ਹੁੰਦਾ ਲੋਕਲ। ਠੀਕ ਹੈ, ਲੋਕਲ ਟ੍ਰਿਪ ਦੇ ਵਿੱਚ ਖਾਸ ਕਰਕੇ ਜਿਵੇਂ ਛੋਟੀ ਜਿਹੀ ਕੋਈ ਚੀਜ਼ ਕਿਤੇ ਕਿਸੇ ਪਾਰਕ ਦੇ ਵਿੱਚ ਤੁਹਾਨੂੰ ਲੈ ਗਏ ਜਾਂ ਕਿਸੇ ਖੇਤ ਦੇ ਵਿੱਚ ਤੁਹਾਨੂੰ ਲੈ ਗਏ ਹਨਾ, ਤਾਂ ਕਿਸੇ ਲੋਕਲ ਜਗ੍ਹਾ ਦੇ ਉੱਪਰ ਜਾ ਕੇ ਤੁਹਾਨੂੰ ਦਿਖਾਇਆ ਜਾਂਦਾ। ਦੈਨ ਬੇਟਾ ਜੀ ਕਮਿਊਨਿਟੀ ਟ੍ਰਿਪ ਹੋ ਸਕਦੇ, ਥੋੜੇ ਜਿਹੇ ਵੱਡੇ ਟ੍ਰਿਪ, ਜਿਵੇਂ ਮੈਂ ਕਿਹਾ ਪਾਰਲੀਮੈਂਟ ਦੇ ਵਿੱਚ ਜਾ ਕੇ ਜਾਂ ਕਿਸੇ ਇੰਡਸਟਰੀ ਦੇ ਵਿੱਚ ਜਾ ਕੇ, ਕਿਉਂਕਿ ਛੋਟੇ ਬੱਚਿਆਂ ਨੂੰ ਤੁਸੀਂ ਇੰਡਸਟਰੀਜ਼ ਦੇ ਵਿੱਚ ਨਹੀਂ ਲਿਜਾ ਸਕਦੇ, ਉਦਯੋਗਿਕ ਖੇਤਰ 'ਚ ਨਹੀਂ ਲਿਜਾ ਸਕਦੇ, ਤਾਂ ਅਗਰ ਤੁਸੀਂ ਉਦਯੋਗਿਕ ਖੇਤਰ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਦੈਟ ਇਜ਼ ਅ ਫੀਲਡ ਟ੍ਰਿਪ ਕਮਿਊਨਿਟੀ ਬੇਸਡ। ਠੀਕ ਹੈ, ਇਹ ਵੈਸੇ ਤੁਹਾਡੇ ਤੋਂ ਟਾਈਪ ਨਹੀਂ ਪੁੱਛਣਗੇ, ਤੁਸੀਂ ਸਿਰਫ ਇਹਨਾਂ ਧਿਆਨ ਦੇ ਵਿੱਚ ਰੱਖਿਓ ਫੀਲਡ ਟ੍ਰਿਪ। ਠੀਕ ਹੈ, ਫੀਲਡ ਟ੍ਰਿਪ ਹੈਗਾ ਐਸਐਸਟੀ ਦੇ ਵਿੱਚ ਬਹੁਤ ਇੰਪੋਰਟੈਂਟ ਮੈਥਡ ਆ। ਸਟੈਪਸ ਜਿਹੜੇ ਹੋਣਗੇ ਬੇਟਾ ਜੀ, ਸਭ ਤੋਂ ਪਹਿਲਾਂ ਕੀ ਕਰੂਗਾ ਟੀਚਰ, ਪਲਾਨ ਕਰੂਗਾ ਕਿ ਮੈਂ ਕਿੱਥੇ ਲੈ ਕੇ ਜਾਣਾ। ਠੀਕ ਹੈ, ਪਹਿਲਾਂ ਟੀਚਰ ਪਲਾਨ ਕਰੂਗਾ, ਪਲੈਨਿੰਗ ਹੋਊਗੀ ਯਾਨੀ ਕਿ ਪ੍ਰੈਪਰੇਸ਼ਨ। ਠੀਕ ਹੈ, ਉਸ ਤੋਂ ਬਾਅਦ ਪਲਾਨ ਕਰਨ ਤੋਂ ਬਾਅਦ ਪ੍ਰੈਪਰੇਸ਼ਨ ਕਰੂਗਾ। ਠੀਕ ਹੈ, ਪੂਰੀ ਤਿਆਰੀ ਕਰੂਗਾ ਕਿ ਮੈਂ ਇੱਥੇ ਲੈ ਕੇ ਜਾਣਾ, ਇਸ ਤਰੀਕੇ ਨਾਲ ਲੈ ਕੇ ਜਾਣਾ। ਠੀਕ ਹੈ, ਫਿਰ ਐਗਜ਼ੀਕਿਊਸ਼ਨ ਹੋਊਗੀ ਯਾਨੀ ਕਿ ਤੁਹਾਨੂੰ ਉੱਥੇ ਜਿਹੜਾ ਹੈਗਾ ਉਹ ਲੈ ਕੇ ਜਾਇਆ ਜਾਊਗਾ। ਠੀਕ ਹੈ, ਐਗਜ਼ੀਕਿਊਸ਼ਨ ਹੋਊਗੀ, ਤੁਹਾਨੂੰ ਜਿੱਥੇ ਲੈ ਕੇ ਜਾਣਾ ਹੈਗਾ ਉੱਥੇ ਪਹੁੰਚਾ ਦਿੱਤਾ ਜਾਊਗਾ। ਉਸ ਤੋਂ ਬਾਅਦ ਬੇਟਾ ਜੀ ਫੋਲੋ ਅਪ ਕੀਤਾ ਜਾਊਗਾ, ਜੋ ਤੁਹਾਨੂੰ ਸਿਖਾਉਣਾ ਹੈਗਾ ਉਹ ਚੀਜ਼ਾਂ ਦੱਸੀਆਂ ਜਾਣਗੀਆਂ ਤੇ ਲਾਸਟ ਦੇ ਵਿੱਚ ਵੈਲਿਊਏਸ਼ਨ ਹੋਊਗੀ। ਠੀਕ ਹੈ, ਲਾਸਟ ਦੇ ਵਿੱਚ ਵੈਲਿਊਏਸ਼ਨ ਹੋਊਗੀ, ਮੁਲਾਂਕਣ ਹੋਊਗਾ। ਪਲਾਨ ਕਰੂਗਾ ਟੀਚਰ, ਪ੍ਰਪੇਅਰ ਕਰੂਗਾ ਕਿਵੇਂ ਲੈ ਕੇ ਜਾਣਾ। ਠੀਕ ਹੈ, ਪਹਿਲਾਂ ਦਿਮਾਗ ਦੇ ਵਿੱਚ ਪਲਾਨ ਕਰ ਰਿਹਾ, ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਣ ਦੇ ਲਈ ਸੱਚਮੁੱਚ ਪ੍ਰੈਪਰੇਸ਼ਨ ਕੀਤੀ ਜਾ ਰਹੀ ਹੈ, ਫਿਰ ਤੁਹਾਨੂੰ ਉੱਥੇ ਲਿਜਾਇਆ ਜਾ ਚੁੱਕਿਆ, ਲਿਜਾ ਕੇ ਤੁਹਾਨੂੰ ਸਿਖਾਇਆ ਜਾ ਰਿਹਾ, ਫੋਲੋ ਅਪ ਕੀਤਾ ਜਾਂਦਾ ਤੇ ਦੈਨ ਮੁਲਾਂਕਣ ਕੀਤਾ ਜਾਂਦਾ। ਠੀਕ ਹੈ, ਅੱਜ ਦੀ ਕਲਾਸ ਦੇ ਵਿੱਚ ਕਿਉਂਕਿ ਟਾਈਮ ਤੁਹਾਡਾ ਥੋੜਾ ਰਹਿ ਗਿਆ, ਇੰਨੇ ਹੀ ਮੈਥਡ ਕਰਵਾਉਂਗੀ, ਕੱਲ ਨੂੰ ਵੀ ਅਸੀਂ ਮੈਥਡ ਹੀ ਕੰਟੀਨਿਊ ਕਰਾਂਗੇ। ਠੀਕ ਹੈ, ਨੈਕਸਟ ਮੈਥਡ ਛੋਟਾ ਜਿਹਾ ਡਿਬੇਟ ਮੈਥਡ ਆ। ਠੀਕ ਹੈ, ਸੈਮੀਨਾਰ ਮੈਥਡ ਹੋ ਗਿਆ, ਪੀਅਰ ਲਰਨਿੰਗ ਹੋ ਗਈ, ਡਿਸਕਵਰੀ ਮੈਥਡ ਹੋ ਗਏ। ਇਹ ਮੈਥਡ ਵੀ ਤੁਹਾਨੂੰ ਜਿਹੜੇ ਹੈਗੇ ਮੈਂ ਕੱਲ ਦੇ ਸੈਸ਼ਨ ਦੇ ਵਿੱਚ ਕਰਵਾ ਦੂੰਗੀ। ਠੀਕ ਹੈ, ਕਿਉਂਕਿ ਤੁਹਾਡਾ ਟਾਈਮ ਜਿਹੜਾ ਹੈਗਾ ਉਹ 1 ਮਿੰਟ ਮਸਾਂ ਹਨਾ ਬਚਿਆ। ਕਲੀਅਰ ਆ? ਤਾਂ ਇੰਨੇ ਤੁਹਾਨੂੰ ਸਮਝ ਆ ਰਹੇ ਆ?